ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਇੰਗਲਿਸ਼ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ ਚੌਥਾ ਲੈਸਨ ਸੇਂਟ ਰਵਿਦਾਸ ਜੀ ਬਾਰੇ। ਰਵਿਦਾਸ ਜੀ ਬਾਰੇ ਆਪਾਂ ਪੜਾਂਗੇ। ਸ਼ੁਰੂ ਕਰਦੇ ਹਾਂ ਪ੍ਰੀ ਰੀਡਿੰਗ ਪੜਨ ਤੋਂ ਪਹਿਲਾਂ ਡਿਕਸ਼ਨਰੀ ਰੈਫਰੈਂਸ ਲਰਨਿੰਗ ਨਿਊ ਵਰਡਸ ਨਵੇਂ ਸ਼ਬਦ ਸਿੱਖਾਂਗੇ। ਸਭ ਤੋਂ ਪਹਿਲਾਂ ਐਕਟੀਵਿਟੀ ਦਿੱਤੀ ਹੋਈ ਹੈ look up the following words in a dictionary ਜਿਹੜੇ ਸ਼ਬਦ ਦਿੱਤੇ ਗਏ ਨੇ ਉਹਨਾਂ ਦਾ ਮਤਲਬ ਡਿਕਸ਼ਨਰੀ ਵਿੱਚ ਲੱਭੋ। You should seek the following information about the words and put them in your words notebook। ਇਹਨਾਂ ਬਾਰੇ ਹੇਠ ਲਿਖੀ ਜਾਣਕਾਰੀ ਇਕੱਠੀ ਕਰੋ ਤੇ ਆਪਣੀ words ਦੀ ਨੋਟਬੁੱਕ ਦੇ ਵਿੱਚ ਲਿਖੋ। ਪਹਿਲੀ ਗੱਲ ਜਿਹੜੀ ਪਤਾ ਕਰਨੀ ਹੈ meaning of the word is used in the lesson adjective noun verb etc ਵੀ ਪਾਠ ਵਿੱਚ ਇਸ ਸ਼ਬਦ ਦੀ ਵਰਤੋਂ ਕਿਵੇਂ ਕੀਤੀ ਗਈ ਹੈ ਕਿ ਉਹ ਇੱਕ ਵਿਸ਼ੇਸ਼ਣ ਹੈ ਨਾਮ ਹੈ ਕਿਰਿਆ ਕੀ ਹੈ। ਦੂਜੀ ਚੀਜ਼ ਪ੍ਰੋਨੰਸੀਏਸ਼ਨ ਉਚਾਰਨ ਕਿਵੇਂ ਕਰਨਾ ਹੈ ਤੇ ਤੀਜੀ ਤੇ ਸਭ ਤੋਂ ਜ਼ਰੂਰੀ ਸਪੈਲਿੰਗ। ਸਭ ਤੋਂ ਪਹਿਲਾ ਵਰਡ ਹੈਗਾ ਡੀਕੇ ਯਾਨੀ ਖਤਮ ਹੋ ਜਾਣਾ। ਦੂਜਾ ਪਲਾਈ ਦੁਰਦਸ਼ਾ ਡਿਸਾਈਪਲ ਚੇਲਾ ਐਸੈਂਸ ਸਾਰ इंप्रेशन प्रभाव डिस्टिंक्शन मतलब फर्क करना। ठीक है। सरमन्स उपदेश स्ट्रेस तनाव मेडिटेट ध्यान लाना। इटर्नल इटर्नल का मतलब होता है जो हमेशा ਲਈ रहे सदा ਲਈ ਉਹਨੂੰ ਇਸ ਲਈ ਆਪਾਂ ਕਹਿ ਸਕਦੇ ਹਾਂ ਸਦੀਵ। ਅੱਗੇ ਚੱਲਦੇ ਹਾਂ ਰੀਡਿੰਗ लेट अस रीड द स्टोरी कहानी पढ़ते हैं सेंट रविदास जी बारे संत रविदास जी बारे। India is a home for saints and sages। कहने का मतलब भारत संता महापुरखों का घर रहा है शुरू तो। Whenever the moral or social life of people shows signs of decay, some saint or prophet appears on the scene। ਵੀ ਜਦ ਵੀ ਜਾਂ ਜਦੋਂ ਵੀ ਲੋਕਾਂ ਦੇ ਨੈਤਿਕ ਜਾਂ ਸਮਾਜਿਕ ਜੀਵਨ ਦੇ ਵਿੱਚ ਨਿਗਾਰ ਆਉਂਦਾ ਹੈ ਯਾਨੀ ਕਮੀ ਆਉਂਦੀ ਹੈ ਘਟਾ ਆਉਂਦਾ ਹੈ या उसके लक्षण दिखाई देते हैं तो कोई ना कोई संत या फिर प्रॉफिट होंदे ने क्रिश्चियनिटी दे विच ओहो एकदम उत्थे प्रगट हो जाते हैं आ जाते हैं। रविदास was one such saint who infused new life and vitality into the Hindu social order। ते इत्थे दस्सिया गया कि जिहड़े संत रविदास जी हैगे ने ਉਹ ਇੱਕ ਅਜਿਹੇ ਸੰਤ ਹੈਗੇ ਨੇ ਜਿਸਨੇ ਹਿੰਦੂ ਸਮਾਜਿਕ ਵਿਸਥਾਰ ਵਿੱਚ ਇੱਕ ਨਵਾਂ ਜੀਵਨ ਤੇ ਇੱਕ ਨਵਾਂ ਜਜ਼ਬਾ ਜਿਹੜਾ ਹੈ ਵਾਈਟੈਲਿਟੀ ਯਾਨੀ એનર્ਜੀ ਠੀਕ ਹੈ ਉਹ ਭਰ ਦਿੱਤੀ ਸੀ ਹਿੰਦੂਆਂ ਦੇ ਸਮਾਜ ਦੇ ਵਿੱਚ ਆਪਾਂ ਕਹਿ ਸਕਦੇ ਹਿੰਦੂ ਸਮਾਜਿਕ ਵਿਵਸਥਾ ਵਿੱਚ। ਰਵਿਦਾਸ ਵਾਸ ਬੋਰਨ ਇਨ ਦ ਈਅਰ 1377 ਇਨ ਬਨਾਰਸ ਤੇ ਉਹਨਾਂ ਦਾ ਜਨਮ ਜਿਹੜਾ ਹੈਗਾ ਉਹ 1377 ਦੇ ਵਿੱਚ ਹੋਇਆ ਸੀ। ਬਨਾਰਸ ਜਿਹਨੂੰ ਆਪਾਂ ਵਾਰਾਣਸੀ ਵੀ ਕਹਿੰਦੇ ਹਾਂ ਇਹ ਉੱਤਰ ਪ੍ਰਦੇਸ਼ ਦੇ ਵਿੱਚ ਹੈਗਾ ਦ ਹੋਲੀ ਸਿਟੀ ਆਫ ਹਿੰਦੂਸ ਜਿਹਨੂੰ ਕਿ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ ਹਿੰਦੂਆਂ ਦੁਆਰਾ। ਹੀ ਵਾਸ ਦ ਸਨ ਆਫ ਅ ਕੋਬਲਰ ਤੇ ਉਹ ਇੱਕ ਮੋਚੀ ਦੇ ਪੁੱਤਰ ਸੀ। ਹਿਸ ਪੈਰੈਂਟਸ ਵਾਂਟਡ ਹਿਮ ਟੂ ਬੀ ਐਜੂਕੇਟਡ ਤੇ ਉਸਦੇ ਮਾਤਾ ਪਿਤਾ ਚਾਹੁੰਦੇ ਸੀ ਕਿ ਉਹ ਪੜ੍ਹਾਈ ਲਿਖਾਈ ਕਰ ਲੈਣ। ਦੇ ਸੈਂਟ ਹਿਮ ਟੂ ਸਕੂਲ ਤੇ ਇਸ ਲਈ ਉਹਨਾਂ ਨੇ ਉਹਨੂੰ ਸਕੂਲ ਵੀ ਭੇਜਿਆ। Unluckily, he was unhappy at school and very soon he was out of it। पर ਆਪਾਂ ਕਹਿ ਸਕਦੇ ਹਾਂ ਬਦਕਿਸਮਤੀ ਨਾਲ ਉਹ ਸਕੂਲ ਵਿੱਚ ਬਹੁਤ ਨਾਖੁਸ਼ ਸੀ ਤੇ ਜਲਦ ਹੀ ਉਹਨਾਂ ਨੇ ਉੱਥੋਂ ਬਾਹਰ ਆਪਣੇ ਆਪ ਨੂੰ ਕੱਢ ਲਿਆ ਯਾਨੀ ਸਕੂਲ ਤੋਂ ਬਾਹਰ ਨਿਕਲ ਗਏ ਸੀ ਮਤਲਬ ਪੜ੍ਹਾਈ ਲਿਖਾਈ ਛੱਡ ਦਿੱਤੀ ਸੀ। The school life made him understand the ills of the society। ਸਗੋਂ ਸਕੂਲ ਦਾ ਜਿਹੜਾ ਜੀਵਨ ਹੈਗਾ ਉਸਨੇ ਉਹਨਾਂ ਨੂੰ ਸਮਾਜ ਦੀਆਂ ਬੁਰਾਈਆਂ ਬਾਰੇ ਹੋਰ ਜ਼ਿਆਦਾ ਸਮਝਾਇਆ ਸੀ ਵੀ ਕੀ ਚੱਲ ਰਿਹਾ ਸਮਾਜ ਦੇ ਵਿੱਚ। ਰਵਿਦਾਸ realized that a child born in the low caste and was not treated well in the society। ਤੇ ਰਵਿਦਾਸ ਜੀ ਨੂੰ ਅਹਿਸਾਸ ਹੋਇਆ ਕਿ ਸਮਾਜ ਵਿੱਚ ਨੀਵੀਂ ਜਾਤ ਵਿੱਚ ਪੈਦਾ ਹੋਏ ਬੱਚੇ ਨੂੰ ਚੰਗੇ ਤਰੀਕੇ ਨਾਲ ਵਿਵਹਾਰ ਨਹੀਂ ਕੀਤਾ ਜਾਂਦਾ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਕੀਤਾ ਜਾਂਦਾ। In such an unfriendly atmosphere, little Ravidas could not put his heart into studies। ਕਿਉਂਕਿ ਅਜਿਹੀ ਅਵਸਥਾ ਸੀ ਇਸੇ ਕਰਕੇ ਇਸੇ ਮਾਹੌਲ ਦੇ ਵਿੱਚ ਜਿਹੜੇ ਛੋਟੇ ਜਿਹੇ ਰਵਿਦਾਸ ਜੀ ਸੀ ਬੱਚੇ ਸੀ ਉਦੋਂ ਉਹ ਆਪਣਾ ਪੜ੍ਹਾਈ ਵਿੱਚ ਪੂਰੇ ਤਰੀਕੇ ਨਾਲ ਮਨ ਨਹੀਂ ਲਗਾ ਪਾ ਰਹੇ ਸੀ। Often he would sit alone and think deeply। ਅਕਸਰ ਉਹ ਇਕੱਲੇ ਪਾਏ ਜਾਂਦੇ ਸੀ ਉੱਥੇ ਬੈਠ ਕੇ ਮਤਲਬ ਡੂੰਘੀ ਸੋਚ ਵਿੱਚ ਚਲੇ ਜਾਂਦੇ ਸੀ।
it would then appear as if he were in deep samadhi। ਤੇ ਇਦਾਂ ਆਪਣੇ ਖਿਆਲਾਂ ਵਿੱਚ ਚਲੇ ਜਾਂਦੇ ਸੀ ਵੀ ਇਦਾਂ ਜਾਪਦਾ ਸੀ ਵੀ ਸ਼ਾਇਦ ਉਹਨਾਂ ਨੇ ਕੋਈ ਸਮਾਧੀ ਲਈ ਹੋਈ ਹੈ। ਰਵਿਦਾਸ had no interest in material things। ਰਵਿਦਾਸ ਜੀ ਨੂੰ ਮਟੀਰੀਅਲ ਚੀਜ਼ਾਂ ਜਿਵੇਂ ਮੋਬਾਈਲ ਫੋਨ ਹੋ ਗਏ ਜਾਂ ਕੱਪੜੇ ਹੋ ਗਏ ਜਾਂ ਘਰ ਹੋ ਗਏ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਕੋਈ ਵੀ ਇੰਟਰਸਟ ਨਹੀਂ ਸੀ, ਕੋਈ ਵੀ ਰੁਚੀ ਨਹੀਂ ਸੀ। He was only interested in matters related to the spirit। ਸਗੋਂ ਉਹ ਦਿਲਚਸਪੀ ਸਿਰਫ ਤੇ ਸਿਰਫ ਆਤਮਾ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਰੱਖਦੇ ਸੀ। He wanted to gain spiritual knowledge। ਉਹ ਅਧਿਆਤਮਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਸੀ। He was in search of some spiritual leader who could show him the right path। ਤੇ ਉਹ ਕਿਸੇ ਅਧਿਆਤਮਿਕ ਗੁਰੂ ਦੀ ਭਾਲ ਵਿੱਚ ਸੀ ਜੋ ਕਿ ਉਹਨਾਂ ਨੂੰ ਰਸਤਾ ਦਿਖਾ ਸਕੇ। Soon he became a disciple of Swami ਰਾਮਾਨੰਦ। ਤੇ ਜਲਦ ਹੀ ਉਹਨਾਂ ਨੂੰ ਰਾਮਾਨੰਦ ਜੀ ਮਿਲੇ ਤੇ ਉਹ ਉਹਨਾਂ ਦੇ ਚੇਲੇ ਬਣ ਗਏ, ਯਾਨੀ ਉਹਨਾਂ ਦੇ ਵਿਦਿਆਰਥੀ ਬਣ ਗਏ। ਰਵਿਦਾਸ stayed with the Swami for some time। ਤੇ ਰਵਿਦਾਸ ਜੀ ਉਹਨਾਂ ਨਾਲ ਕੁਝ ਸਮਾਂ ਉਹਨਾਂ ਨੇ ਬਿਤਾਇਆ, ਉੱਥੇ ਕੁਝ ਸਮਾਂ ਉਹਨਾਂ ਨਾਲ ਰਹੇ। There was a complete change in his life। ਤੇ ਉਹਨਾਂ ਦੀ ਜ਼ਿੰਦਗੀ ਵਿੱਚ ਪੂਰੀ ਤਰੀਕੇ ਨਾਲ ਤਬਦੀਲੀ ਆ ਗਈ ਸੀ। Swami Ramanand's lectures left a great impression on his young mind। ਤੇ ਸਵਾਮੀ ਰਾਮਾਨੰਦ ਜੀ ਦੀ ਉਹਨਾਂ ਦੇ ਜਿਹੜੇ ਭਾਸ਼ਣ ਸੀ ਉਹਨਾਂ ਨੇ ਇਸ ਨੌਜਵਾਨ ਦੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਛੱਡਿਆ ਸੀ। Through these sermons he came to understand the true meaning of life। ਤੇ ਉਹਨਾਂ ਦੇ ਇਹਨਾਂ ਉਪਦੇਸ਼ਾਂ ਰਾਹੀਂ ਉਹਨਾਂ ਨੂੰ ਜੀਵਨ ਦੇ ਸਹੀ ਅਰਥਾਂ ਦੀ ਸਮਝ ਲੱਗੀ ਸੀ। He came to know of the ancient Indian wisdom and culture। ਤੇ ਉਹਨਾਂ ਨੂੰ ਪ੍ਰਾਚੀਨ ਭਾਰਤੀ ਜਿਹੜਾ ਦਿਮਾਗ ਸੀ ਲੋਕਾਂ ਦਾ, ਵਿਜ਼ਡਮ ਸਮਝ ਸੀ, ਤੇ ਨਾਲ ਦੀ ਨਾਲ ਸੰਸਕ੍ਰਿਤੀ ਬਾਰੇ ਵੀ ਪਤਾ ਚੱਲਿਆ। The field was ready, the seed was sown and the crop did not take long to ripen। ਕਹਿਣ ਦਾ ਮਤਲਬ ਹੁਣ ਕਿਉਂਕਿ ਇੰਨੀ ਅਕਲ ਆ ਗਈ ਸੀ ਉਹਨਾਂ ਨੂੰ, ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਖੇਤ ਇੱਕ ਕੰਪੈਰੀਜ਼ਨ ਕੀਤਾ, ਤੁਲਨਾ ਕੀਤੀ ਹੈ ਵੀ ਜਿਹੜਾ ਖੇਤ ਹੈ ਉਹ ਤਿਆਰ ਹੋ ਗਿਆ ਸੀ, ਬੀਜ ਦਿੱਤਾ ਗਿਆ ਸੀ, ਤੇ ਜਿਹੜੀ ਫਸਲ ਹੈ ਬਸ ਉਹ ਪੱਕਣ ਨੂੰ ਉਹਨੇ ਵੀ ਜ਼ਿਆਦਾ ਟਾਈਮ ਨਹੀਂ ਲਾਇਆ। ਬੀਜ ਯਾਨੀ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਅਕਲ ਪਾਈ ਗਈ ਸੀ, ਠੀਕ ਹੈ, ਉਹਨੇ ਕੋਈ ਨਾ ਕੋਈ ਰੂਪ ਤਾਂ ਲੈਣਾ ਸੀ। ਫੀਲਡ ਦਾ ਮਤਲਬ ਜਿਹੜਾ ਖੇਤ ਹੈਗਾ ਉਹ ਕਿਹਾ ਗਿਆ ਵੀ ਉਹਨਾਂ ਦਾ ਦਿਮਾਗ, ਠੀਕ ਹੈ, ਦਿਮਾਗ ਦੇ ਵਿੱਚ ਅਕਲ ਪਾਈ ਗਈ ਸੀ, ਹੁਣ ਉਹਨੇ ਫਲ ਦੇਣਾ ਸੀ। When the Guru was satisfied that the spiritual flame had been kindled permanently, he asked Ravidas to return home and live the way he wanted to live। ਤੇ ਜਦ ਰਵਿਦਾਸ ਜੀ ਦੇ ਗੁਰੂ ਜੀ ਨੇ ਇਹ ਉਹਨਾਂ ਨੂੰ ਸਮਝ ਆ ਗਈ ਸੀ, ਉਹਨਾਂ ਨੂੰ ਤਸੱਲੀ ਹੋ ਗਈ ਸੀ ਕਿ ਅਧਿਆਤਮਿਕ ਜਿਹੜਾ ਬੀਜ ਹੈਗਾ ਉਹ ਉਹਨਾਂ ਨੇ ਉਹਨਾਂ ਦੇ ਦਿਮਾਗ 'ਚ ਲਾ ਦਿੱਤਾ ਹੈ। ਸਪਿਰਿਚੁਅਲ ਯਾਨੀ ਅਧਿਆਤਮਿਕ ਜਿਹੜੀ ਅੱਗ ਹੈਗੀ ਹੈ ਉਹ ਕਿੰਡਲ ਹੋ ਗਈ ਹੈ ਪਰਮਾਨੈਂਟਲੀ। ਕਿੰਡਲ ਦਾ ਮਤਲਬ ਉਹ ਲੱਗ ਗਈ ਹੈ, ਠੀਕ ਹੈ, ਉਹ ਅੱਗ ਲੱਗਣੀ ਸ਼ੁਰੂ ਹੋ ਗਈ ਹੈ ਅਧਿਆਤਮਿਕ ਇੱਕ, ਉਹ ਤੇ ਉਹ ਹਮੇਸ਼ਾ ਹੀ ਰਹੇਗੀ। ਤਾਂ ਉਹਨਾਂ ਨੇ ਰਵਿਦਾਸ ਜੀ ਨੂੰ ਕਿਹਾ ਵੀ ਹੁਣ ਤੁਸੀਂ ਆਪਣੇ ਘਰ ਵਾਪਸ ਜਾ ਸਕਦੇ ਹੋ ਤੇ ਜਿਸ ਤਰ੍ਹਾਂ ਉਹ ਜੀਣਾ ਚਾਹੁੰਦੇ ਨੇ ਜੀਵਨ ਉਹ ਜੀ ਸਕਦੇ ਹੋ। The enlightened disciple now felt that he had a divine mission to live for। ਤੇ ਜਿਹੜੇ ਗਿਆਨਵਾਨ ਚੇਲੇ ਹੁਣ ਬਣ ਗਏ ਸੀ, ਹੁਣ ਉਹਨਾਂ ਨੂੰ ਮਹਿਸੂਸ ਹੋ ਗਿਆ ਸੀ ਕਿ ਹੁਣ ਉਹਨਾਂ ਕੋਲ ਜੀਣ ਲਈ ਇੱਕ ਬਹੁਤ ਜ਼ਰੂਰੀ ਮਿਸ਼ਨ ਹੈਗਾ, ਠੀਕ ਹੈ। ਜਦ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਦੇ ਵਿੱਚ ਤਾਂ ਆਪਾਂ ਯੂਜ਼ ਕਰਦੇ ਹਾਂ ਵਰਡ ਡਿਵਾਈਨ। ਡਿਵਾਈਨ ਕਹਿਣ ਦਾ ਮਤਲਬ ਜੋ ਰੱਬ ਨਾਲ ਜੁੜਿਆ ਹੋਏ, ਬਹੁਤ ਉੱਚੀ ਪੱਧਰੀ ਤੇ ਹੋਏ, ਵੀ ਉਹਨਾਂ ਕੋਲ ਉਹ ਇੱਕ ਮਿਸ਼ਨ ਸੀਗਾ। He chose Banaras to be the place of his future activities। ਤੇ ਉਹਨਾਂ ਨੇ ਬਨਾਰਸ ਨੂੰ ਆਪਣੀਆਂ ਭਵਿੱਖਦੀਆਂ ਗਤੀਵਿਧੀਆਂ ਦਾ ਸਥਾਨ ਚੁਣਿਆ। Ravidas felt that his training in spiritual life was not yet complete। ਤੇ ਰਵਿਦਾਸ ਜੀ ਨੂੰ ਇਹ ਮਹਿਸੂਸ ਹੋਇਆ ਕਿ ਅਧਿਆਤਮਿਕ ਜੀਵਨ ਦੇ ਵਿੱਚ ਉਹਨਾਂ ਦੀ ਸਿਖਲਾਈ ਜਿਹੜੀ ਹੈ ਉਹ ਅਜੇ ਪੂਰੀ ਨਹੀਂ ਹੋਈ, ਪੂਰਾ ਗਿਆਨ ਹਾਸਲ ਨਹੀਂ ਹੋਇਆ। He had a desire to have more and more spiritual knowledge। ਤੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਉਹ ਸ਼ਾਇਦ ਹੋਰ ਜ਼ਿਆਦਾ ਅਧਿਆਤਮਿਕ ਗਿਆਨ ਜਿਹੜਾ ਉਹ ਹਾਸਲ ਕਰਨ ਦੀ ਇੱਛਾ ਰੱਖਦੇ ਨੇ। For this he decided to beautify an area of the forest where he could meditate in peace। ਤੇ ਹੋਰ ਇੱਛਾ ਜਦ ਉਹਨਾਂ ਨੇ ਜ਼ਾਹਿਰ ਕੀਤੀ ਮੈਂ ਹੋਰ ਇੱਛਾ ਪਾਣੀ ਚਾਹੁੰਦਾ, ਇਸ ਕਰਕੇ ਉਹਨਾਂ ਨੇ ਜੰਗਲ ਦੇ ਖੇਤਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੋਹਣਾ ਬਣਾ ਲਿਆ ਤੇ ਫੈਸਲਾ ਕੀਤਾ ਕਿ ਉੱਥੇ ਉਹ ਸ਼ਾਂਤੀ ਨਾਲ ਸਿਮਰਨ ਕਰਨਗੇ, ਮੈਡੀਟੇਟ ਧਿਆਨ ਲਾਣਗੇ। One day while meditating he felt disturbed by a sudden movement in the bushes। ਤੇ ਇੱਕ ਦਿਨ ਦੀ ਗੱਲ ਹੈ ਜਦੋਂ
ਸਿਮਰਨ ਕਰ ਰਹੇ ਸੀ ਜਾਂ ਧਿਆਨ ਕਰ ਰਹੇ ਸੀ ਤਾਂ ਉਹਨਾਂ ਨੂੰ ਝਾੜੀਆਂ ਵਿੱਚ ਅਚਾਨਕ ਹਿਲਣ ਦੇ ਨਾਲ ਉਹਨਾਂ ਨੂੰ ਪਰੇਸ਼ਾਨੀ ਜੀ ਮਹਿਸੂਸ ਹੋਈ, ਜਿਵੇਂ ਭੰਗ ਹੋ ਗਈ ਹੋਈ ਉਹਨਾਂ ਦੀ ਮੈਡੀਟੇਸ਼ਨ। ਰਵਿਦਾਸ ਗॉट ਅਪ ਐਂਡ ਲੁਕਡ ਅਰਾਊਂਡ, ਤੇ ਰਵਿਦਾਸ ਜੀ ਉੱਠੇ ਤੇ ਉਹਨਾਂ ਨੇ ਚਾਰੇ ਪਾਸੇ ਦੇਖਿਆ ਵੀ ਆਵਾਜ਼ ਕਿੱਥੋਂ ਆ ਰਹੀ ਹੈ। A she deer had been caught in a net laid by a hunter, ਵੀ ਇੱਕ ਹਿਰਨ ਜਿਹੜੀ ਫੀਮੇਲ ਹੁੰਦੀ ਹੈ, ਔਰਤ, ਠੀਕ ਹੈ, ਉਹ ਵਾਲੀ ਸ਼ਿਕਾਰ ਦੀ ਦੁਆਰਾ ਵਿਛਾਏ ਗਏ ਜਾਲ ਦੇ ਵਿੱਚ ਫਸ ਗਈ ਸੀ। The poor animal was struggling to get free, ਤੇ ਉਹ ਵਿਚਾਰੀ ਜਿਹੜੀ ਡੀਅਰ ਸੀ, ਹਿਰਨ ਸੀ, ਉਹ ਵਿਚਾਰੀ ਆਜ਼ਾਦ ਹੋਣ ਦੇ ਲਈ ਸੰਘਰਸ਼ ਕਰ ਰਹੀ ਸੀ, ਕੋਸ਼ਿਸ਼ ਕਰ ਰਹੀ ਸੀ। As the hunter approached her, she looked at him with pleading eyes, ਤੇ ਜਦੋਂ ਸ਼ਿਕਾਰੀ ਉਹਦੇ ਨੇੜੇ ਆਇਆ ਤਾਂ ਉਸਦੀਆਂ ਅੱਖਾਂ ਵਿੱਚ ਬੇਨਤੀ ਸੀ ਨਜ਼ਰ ਆ ਰਹੀ ਸੀ ਵੀ ਮੈਨੂੰ ਪਲੀਜ਼ ਛੱਡ ਦਿਓ। It was as if she was begging for mercy, ਏਦਾਂ ਲੱਗ ਰਿਹਾ ਸੀ ਜਿਵੇਂ ਉਹ ਰਹਿਮ ਦੀ ਭੀਖ ਮੰਗ ਰਹੀ ਹੋਏ। It was her time to feed her young ones, ਕਿਉਂਕਿ ਉਹ ਸਮਾਂ ਸੀ ਜਦੋਂ ਆਪਣੇ ਬੱਚਿਆਂ ਨੂੰ ਖਾਣ ਲਈ ਚੀਜ਼ਾਂ ਦਿੰਦੀ ਸੀ, ਖਾਣ ਪੀਣ ਦਾ ਸਮਾਂ ਹੋ ਗਿਆ ਸੀ ਬੱਚਿਆਂ ਦਾ। The 3 fawns came jumping to her joyfully, but they were shocked when they saw their mother in a miserable plight. ਫੌਨਸ ਦਾ ਮਤਲਬ ਹਿਰਨ ਦੇ ਜਿਹੜੇ ਬੱਚੇ ਹੁੰਦੇ ਨੇ ਜਵਾਨ, ਵੀ 3 ਛੋਟੇ ਛੋਟੇ ਜਿਹੜੇ ਬੱਚੇ ਸੀ ਉਹ ਭੱਜਦੇ ਭੱਜਦੇ ਉਛਲਦੇ ਉਛਲਦੇ ਉਹਦੇ ਕੋਲ ਆਏ, ਆਪਣੀ ਮਾਂ ਕੋਲ, ਪਰ ਉਹ ਹੈਰਾਨ ਹੋ ਗਏ ਸੀ ਇਹ ਦੇਖ ਕੇ ਵੀ ਉਹਨਾਂ ਦੀ ਮਾਂ ਕਿਸ ਸਥਿਤੀ ਵਿੱਚ ਹੈਗੀ ਹੈ। ਪਲਾਈਟ ਯਾਨੀ ਦੁਰਦਸ਼ਾ ਦੇ ਵਿੱਚ ਹੈ, ਕੰਡੀਸ਼ਨ ਦੇ ਵਿੱਚ ਹੈ, ਸਥਿਤੀ ਦੇ ਵਿੱਚ। ਮਿਜ਼ਰੇਬਲ ਯਾਨੀ ਬਹੁਤ ਜ਼ਿਆਦਾ ਮਾੜੀ ਸਥਿਤੀ ਦੇ ਵਿੱਚ। The mother and her young ones were a painful picture of misery and helplessness, ਤੇ ਉਹ ਜਿਹੜਾ ਦ੍ਰਿਸ਼ ਸੀ ਜਿਹਦੇ ਵਿੱਚ ਮਾਂ ਸੀ ਤੇ ਉਹਦੇ ਛੋਟੇ ਛੋਟੇ ਬੱਚੇ ਸੀ, ਉਹ ਬਹੁਤ ਦੁਖੀ ਤੇ ਬੇਬਸੀ ਦਾ ਇੱਕ ਦਰਦਨਾਕ ਤਸਵੀਰ ਦਰਸਾ ਰਿਹਾ ਸੀ। Their silent prayers and their sad eyes could have melted even a heart of stone. ਉਹਨਾਂ ਦੀਆਂ ਖਾਮੋਸ਼ ਜਿਹੜੀਆਂ ਪ੍ਰਾਰਥਨਾਵਾਂ ਸੀ, ਉਹ ਰੱਬ ਅੱਗੇ ਅਰਦਾਸ ਕਰ ਰਹੇ ਸੀ, ਜਾਂ ਉਹਨਾਂ ਦੀਆਂ ਅੱਖਾਂ ਵਿੱਚ ਜਿਹੜੀ ਉਦਾਸੀ ਸੀ ਉਹ ਕਿਸੇ ਦਾ ਵੀ ਦਿਲ ਪਿਘਲਾ ਸਕਦੀ ਸੀ। ਇਵਨ ਜਿਵੇਂ ਆਪਾਂ ਕਹਿੰਦੇ ਨਾ ਤੁਹਾਡਾ ਦਿਲ ਪੱਥਰ ਦਾ, ਉਹਨੂੰ ਵੀ ਪਿਘਲਾ ਸਕਦੀ ਸੀ। But the cruel hunter remained unmoved, ਪਰ ਉਹ ਜਿਹੜਾ ਸ਼ਿਕਾਰੀ ਸੀ ਉਹ ਬਹੁਤ ਜ਼ਾਲਮ ਸੀ, ਉਹਨੂੰ ਬਿਲਕੁਲ ਵੀ ਤਰਸ ਨਹੀਂ ਆਇਆ, ਉਹ ਅਡੋਲ ਸੀ। His eyes showed no trace of pity or kindness, ਉਹਦੀਆਂ ਅੱਖਾਂ ਵਿੱਚ ਤਰਸ ਜਾਂ ਦਿਆਲਤਾ ਦੀ ਕੋਈ ਨਿਸ਼ਾਨੀ ਨਹੀਂ ਦਿਖਾਈ ਦੇ ਰਹੀ ਸੀ। He stepped forward to capture the animal and her young ones, ਸਗੋਂ ਉਹ ਜਾਨਵਰ ਤੇ ਉਸਦੇ ਬੱਚਿਆਂ ਨੂੰ ਫੜਨ ਲਈ ਅੱਗੇ ਵੱਧ ਪਿਆ। As Ravidas looked at them, his heart melted in pity, ਤੇ ਜਦੋਂ ਰਵਿਦਾਸ ਜੀ ਨੇ ਉਹਨਾਂ ਵੱਲ ਦੇਖਿਆ ਤਾਂ ਉਹਨਾਂ ਦਾ ਦਿਲ ਜਿਹੜਾ ਤਰਸ ਨਾਲ ਮਤਲਬ ਪਸੀਜ ਗਿਆ, ਪਿਘਲ ਗਿਆ। He felt it his duty to save the poor helpless animals from death, ਤੇ ਉਹਨਾਂ ਨੂੰ ਲੱਗਿਆ ਵੀ ਇਹ ਗਰੀਬ ਜੇ ਵਿਚਾਰੇ, ਗਰੀਬ ਇਨ ਦਾ ਸੈਂਸ ਵੀ ਇਹਨਾਂ ਦੀ ਜਿਹੜੀ ਸਥਿਤੀ ਹੈਗੀ ਹੈ, ਇਸ ਸਥਿਤੀ ਤੋਂ ਇਹਨਾਂ ਜਾਨਵਰਾਂ ਨੂੰ, ਇਹਨਾਂ ਦੀ ਮੌਤ ਤੋਂ ਬਚਾਉਣਾ ਮੇਰੀ ਡਿਊਟੀ ਹੈਗੀ ਹੈ, ਮੇਰਾ ਕੰਮ ਹੈਗਾ। He went up to the hunter and spoke like this, ਤੇ ਉਹ ਫਿਰ ਸ਼ਿਕਾਰੀ ਕੋਲ ਗਏ ਤੇ ਉਹਨਾਂ ਨੇ ਕਿਹਾ, We are all the children of the same God, ਵੀ ਅਸੀਂ ਸਾਰੇ ਇੱਕ ਹੀ ਪਰਮਾਤਮਾ ਦੇ ਬੱਚੇ ਹੈਗੇ ਆ। God is our loving father, ਰੱਬ ਜਿਹੜੇ ਹੈਗੇ ਨੇ ਉਹ ਸਾਨੂੰ ਪਿਆਰ ਕਰਨ ਵਾਲੇ ਸਾਡੇ ਪਿਆਰੇ ਪਿਤਾ ਹੈਗੇ ਨੇ। It is the divine essence that runs in the human heart as love, ਤੇ ਇਹ ਇੱਕ ਬਹੁਤ ਡਿਵਾਈਨ ਯਾਨੀ ਬਹੁਤ ਉੱਚ ਪੱਧਰ ਦਾ ਤੱਤ ਹੈਗਾ ਜੋ ਮਨੁੱਖੀ ਦਿਲ ਦੇ ਵਿੱਚ, ਹਰ ਮਨੁੱਖ ਦੇ ਵਿੱਚ ਹੁੰਦਾ ਹੈ ਜਾਂ ਉਹਨਾਂ ਦੇ ਦਿਲ ਵਿੱਚ ਹੁੰਦਾ, ਜੋ ਕਿ ਹੈਗਾ ਪਿਆਰ। It is the divine essence that fills the rose with fragrance, ਤੇ ਇਹ divine essence ਹੀ ਹੈਗਾ, ਤੱਤ ਹੀ ਹੈਗਾ ਜੋ ਗੁਲਾਬ ਨੂੰ ਖੁਸ਼ਬੂ ਦੇ ਨਾਲ ਭਰ ਦਿੰਦਾ। Again, it is the divine essence that fills the rainbow with beauty, ਤੇ ਇਹ divine ਮਤਲਬ ਰੱਬ ਦੀ ਕੋਈ ਦੇਣ ਹੈਗੀ ਹੈ ਜਿਹਦੇ ਨਾਲ ਰੇਨਬੋ ਦੇ ਵਿੱਚ ਸਤਰੰਗੀ ਪੀਂਗ ਜਿਹੜੀ ਹੈ ਉਹ ਬਣ ਜਾਂਦੀ ਹੈ ਸੁੰਦਰ ਸੁੰਦਰ ਰੰਗਾਂ ਦੇ ਨਾਲ, ਤੇ ਇੰਨੀ ਸੋਹਣੀ ਲੱਗਦੀ ਹੈ। It is the divine essence that fills the birds with joy, the apples with juice and the voice with sweetness, ਤੇ divine essence ਹੀ ਹੈਗਾ ਜੋ ਪੰਛੀਆਂ ਦੇ ਵਿੱਚ ਖੁਸ਼ੀ ਭਰਦਾ ਹੈ, ਸੇਬਾਂ ਦੇ ਵਿੱਚ ਜੂਸ ਭਰਦਾ ਹੈ ਤੇ ਸਾਡੀ ਆਵਾਜ਼ ਦੇ ਵਿੱਚ ਮਿਠਾਸ ਭਰਦਾ ਹੈ। Therefore, we should love every creature living on this earth, ਇਸੇ ਕਰਕੇ ਸਾਨੂੰ ਧਰਤੀ ਤੇ ਰਹਿਣ ਵਾਲੇ ਹਰ ਜੀਵ ਦੀ, ਹਰ ਚੀਜ਼ ਦੀ ਉਹਨੂੰ ਪਿਆਰ ਕਰਨਾ ਚਾਹੀਦਾ ਜੋ ਧਰਤੀ ਤੇ ਰਹਿ ਰਹੇ। All forms of life are sacred, ਕਹਿਣ ਦਾ ਮਤਲਬ
ਵੀ ਜੀਵਨ ਦੇ ਹਰ ਜਾਂ ਸਾਰੇ ਰੂਪ ਜਿਹੜੇ ਹੈਗੇ ਨੇ ਉਹ ਪਵਿੱਤਰ ਹੁੰਦੇ ਨੇ। It is man's most sacred duty to bring peace to a troubled heart। ਤੇ ਇਹ ਜਿਹੜੀ ਮਨੁੱਖਤਾ ਦੀ ਡਿਊਟੀ ਹੈਗੀ ਹੈ, ਇੱਕ ਕੰਮ ਹੈਗਾ ਸਭ ਤੋਂ ਸੇਕਰੇਡ ਯਾਨੀ ਸਭ ਤੋਂ ਪਾਕ ਕੰਮ ਹੈਗਾ ਕਿ ਜਾਂ ਪਵਿੱਤਰ ਕੰਮ ਹੈਗਾ ਵੀ ਇੱਕ ਘਬਰਾਇਆ ਹੋਇਆ ਦਿਲ ਜਿਹੜਾ ਹੈਗਾ ਜਾਂ ਆਪਾਂ ਕਹਿ ਸਕਦੇ ਹਾਂ ਦੁਖੀ ਦਿਲ ਜਿਹੜਾ ਹੈਗਾ ਉਹਨੂੰ ਸ਼ਾਂਤੀ ਦੇਣਾ। We should never cause pain, suffering or death to any living being। ਸਾਨੂੰ ਕਦੇ ਵੀ ਕਿਸੇ ਜੀਵ ਨੂੰ ਦਰਦ, ਦੁੱਖ ਜਾਂ ਮੌਤ ਨਹੀਂ ਦੇਣੀ ਚਾਹੀਦੀ। We should love all things great or small। ਸਾਨੂੰ ਹਰ ਚੀਜ਼ ਨਾਲ ਪਿਆਰ ਕਰਨਾ ਚਾਹੀਦਾ ਹੈ, ਬੇਸ਼ੱਕ ਉਹ ਵੱਡੀ ਹੋਏ ਜਾਂ ਛੋਟੀ ਹੋਏ। Even a tiny insect in grass is as sacred as a human child। ਇੱਥੋਂ ਤੱਕ ਕਿ ਘਾਹ ਵਿੱਚ ਇੱਕ ਜਿਹੜਾ ਛੋਟਾ ਜਿਹਾ ਕੀੜਾ ਹੁੰਦਾ ਹੈ ਉਹ ਵੀ ਜਿਵੇਂ ਮਨੁੱਖ ਦਾ ਬੱਚਾ ਜਿਹੜਾ ਉਹਨਾਂ ਪਵਿੱਤਰ ਹੁੰਦਾ ਹੈ ਨਾ, ਉਵੇਂ ਉਹ ਛੋਟਾ ਜਿਹਾ ਕੀੜਾ ਵੀ ਪਵਿੱਤਰ ਹੈ, ਹੋ ਸਕਦਾ ਆਪਣੀ ਮਾਂ ਨੂੰ। The hunter listened to the kind words of Saint Ravidas and felt deep respect for the saint। ਸ਼ਿਕਾਰੀ ਨੇ ਸੰਤ ਰਵਿਦਾਸ ਜੀ ਦੇ ਪਿਆਰੇ ਭਰੇ ਇਸ ਬਚਨ ਨੂੰ ਸੁਣਿਆ ਤੇ ਸੰਤ ਦੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਮਹਿਸੂਸ ਹੋਇਆ। The charm of the saint's personality and his words of wisdom washed away all evil thoughts from the hunter's mind। ਜੋ ਸੰਤ ਦੀ ਸ਼ਖਸੀਅਤ ਸੀ, ਠੀਕ ਹੈ, ਤੇ ਉਹਨਾਂ ਦਾ ਜਿਹੜਾ ਦਿਮਾਗ ਸੀ ਤੇ ਉਹਨਾਂ ਦੀ ਜਿਹੜੀ ਬੋਲੀ ਸੀ ਉਹਨੇ ਸ਼ਿਕਾਰੀ ਦੇ ਮਨ ਵਿੱਚੋਂ ਸਾਰੇ ਭੈੜੇ ਵਿਚਾਰ ਜਿਹੜੇ ਸੀ ਉਹ ਧੋ ਦਿੱਤੇ ਸੀ, ਕੱਢ ਦਿੱਤੇ ਸੀ। It was a miracle for the hunter। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਸ਼ਿਕਾਰੀ ਲਈ ਤਾਂ ਇਹ ਚਮਤਕਾਰ ਸੀ। A short meeting with the great saint had changed him completely। ਤੇ ਅਜਿਹੇ ਮਹਾਨ ਸੰਤ ਦੇ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਨੇ ਉਸਨੂੰ ਪੂਰੀ ਤਰੀਕੇ ਨਾਲ ਬਦਲ ਦਿੱਤਾ ਸੀ। The killer's heart was filled with love for God and all his creatures ਜਾਂ creation। ਵੀ ਉਹ ਜਿਹੜਾ ਹੰਟਰ ਸੀ ਜਿਹਨੂੰ ਆਪਾਂ ਕਿਲਰਸ ਹਾਰਟ ਕਹਿੰਦੇ, ਜੋ ਲੋਕਾਂ ਨੂੰ ਮਾਰਦਾ ਸੀ ਜਾਂ ਜੀਵ ਜੰਤੂਆਂ ਨੂੰ ਮਾਰਦਾ ਸੀ, ਉਹਦੇ ਦਿਲ ਦੇ ਵਿੱਚ ਰੱਬ ਦੇ ਲਈ ਤੇ ਉਹਦੇ ਸਾਰੇ ਜੀਵ ਜੰਤੂਆਂ ਲਈ ਪਿਆਰ ਭਰ ਗਿਆ ਸੀ। The hunter promised to lead a compassionate life and never to cause harm to anyone। ਤੇ ਸ਼ਿਕਾਰੀ ਨੇ ਵਚਨ ਦਿੱਤਾ ਕਿ ਹੁਣ ਉਹ ਇੱਕ ਵਧੀਆ ਜੀਵਨ ਬਤੀਤ ਕਰਨਗੇ ਜਿਹਦੇ ਵਿੱਚ ਉਹ ਦੂਜਿਆਂ ਦੀ ਕਦਰ ਕਰਨਗੇ ਤੇ ਉਹ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। Saint Ravidas was always very humble। Sant Ravidas ਹਮੇਸ਼ਾ ਬਹੁਤ ਹੀ ਨਿਮਰਤਾ ਵਾਲੇ ਰਹੇ ਨੇ। He was different from most of the scholars and religious men of his time। ਤੇ ਉਹ ਆਪਣੇ ਸਮੇਂ ਦੇ ਬਹੁਤ ਸਾਰੇ ਵਿਦਵਾਨਾਂ ਤੇ ਧਾਰਮਿਕ ਪੁਰਸ਼ਾਂ ਨਾਲੋਂ ਕਾਫੀ ਵੱਖ ਰਹੇ ਨੇ। He never boasted of his knowledge and wisdom। ਤੇ ਉਹਨਾਂ ਨੇ ਕਦੇ ਵੀ ਆਪਣੇ ਗਿਆਨ, ਆਪਣੇ ਸਿਆਣਪ ਦੀ ਸ਼ੇਖੀ ਜੀ ਨਹੀਂ ਮਾਰੀ। His divine knowledge came from within। ਤੇ ਉਹਨਾਂ ਦੇ ਅੰਦਰੋਂ ਹੀ ਉਹ ਡਿਵਾਈਨ ਜਿਹੜਾ ਗਿਆਨ ਹੈਗਾ, ਸਭ ਤੋਂ ਉੱਚ ਗਿਆਨ ਜਿਹੜਾ ਹੈ ਅੰਦਰੋਂ ਹੀ ਨਿਕਲਿਆ। His spiritual message appealed to every heart। ਤੇ ਉਹਨਾਂ ਦਾ ਅਧਿਆਤਮਿਕ ਸੰਦੇਸ਼ ਜਿਹੜਾ ਸੀ ਉਹ ਹਰ ਦਿਲ ਨੂੰ ਆਕਰਸ਼ਿਤ ਕਰਦਾ ਸੀ। People listened to him spellbound। ਤੇ ਜਿਹੜੇ ਲੋਕ ਸੀ ਉਹ ਉਹਨਾਂ ਨੂੰ ਬੜੇ ਚਾਹ ਦੇ ਨਾਲ, ਬੜੇ ਦਿਲ ਦੇ ਨਾਲ ਉਹਨਾਂ ਨੂੰ ਸੁਣਦੇ ਸੀ। ਹੁਣ ਇੱਥੇ ਸਪੈਲ ਬਾਉਂਡ ਦਾ ਕੀ ਮਤਲਬ ਹੁੰਦਾ ਹੈ? ਏਦਾਂ ਨਹੀਂ ਲੱਗਦਾ ਕਈ ਵਾਰ ਕਿਸੇ ਨੇ ਜਾਦੂ ਕਰ ਦਿੱਤਾ ਹੁੰਦਾ, ਤੁਸੀਂ ਉਹਦੇ ਵਿੱਚ ਹੀ ਰੁੱਝੇ ਹੁੰਦੇ ਹੋ, ਤਾਂ ਇੱਥੇ ਵੀ ਮਤਲਬ ਉਹ ਇੰਨਾ ਜ਼ਿਆਦਾ ਆਕਰਸ਼ਿਤ ਕਰ ਲੈਂਦੇ ਸੀ ਵੀ ਏਦਾਂ ਲੱਗਦਾ ਸੀ ਵੀ ਜਾਦੂ ਟੋਟਕੇ ਵਿੱਚ ਹੀ ਲੋਕ ਉਹਨਾਂ ਨੂੰ ਸੁਣ ਰਹੇ ਨੇ, ਵੀ ਇੰਨਾ ਧਿਆਨ ਲਾ ਕੇ ਲੋਕ ਉਹਨਾਂ ਨੂੰ ਸੁਣਦੇ ਸੀ। He spoke in a simple and clear manner। ਉਹ ਬਹੁਤ ਸਰਲ ਤੇ ਸਪਸ਼ਟ ਢੰਗ ਨਾਲ ਬੋਲਦੇ ਸੀ। He told people that all are equal in the eyes of God। ਤੇ ਉਹ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਊਚ ਨੀਚ ਨਹੀਂ ਹੁੰਦੀ, ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਜੀਵ ਉਹ ਪਰਮਾਤਮਾ ਦੇ ਅੱਗੇ ਸਾਰੇ ਦੇ ਸਾਰੇ ਬਰਾਬਰ ਹੈਗੇ। The distinctions of caste, color and creed are meaningless। ਤੇ ਆਪਾਂ ਇਹ ਜਿਹੜਾ ਜਾਤ, ਰੰਗ, ਨਸਲ ਦੇ ਵਿੱਚ ਭੇਦਭਾਵ ਕਰਦੇ ਆ, ਇਹ ਕਿਸੇ ਕੰਮ ਦਾ ਨਹੀਂ, ਇਹਦਾ ਕੋਈ ਮਤਲਬ ਨਹੀਂ ਹੈ। They are all man made। ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਫਸਾਦ ਹੈਗੇ ਨੇ, ਮਨੁੱਖ ਨੇ ਬਣਾਏ ਨੇ। Saint Ravidas brought great hope for those who were poor, weak and backward। ਤੇ ਸੰਤ ਰਵਿਦਾਸ ਨੇ ਗਰੀਬ, ਜਿਹੜੇ ਕਮਜ਼ੋਰ ਸੀ, ਪਿਛੜੇ ਹੋਏ ਲੋਕ ਸੀ, ਉਹਨਾਂ ਲਈ ਉਹ ਵੱਡੀ ਉਮੀਦ ਲੈ ਕੇ ਆਏ। He filled them with hope, courage and confidence। ਤੇ ਉਹਨਾਂ ਨੇ ਉਹਨਾਂ ਵਿੱਚ ਉਮੀਦ, ਹਿੰਮਤ, ਵਿਸ਼ਵਾਸ ਨਾਲ ਉਹਨਾਂ ਨੂੰ ਭਰ ਦਿੱਤਾ। He inspired them not to bow to the unjust demands of the high caste people। ਤੇ ਉਹਨਾਂ ਨੇ ਉਹਨਾਂ ਨੂੰ ਸਮਝਾਇਆ
ਵੀ ਉੱਚ ਜਾਤੀ ਦੇ ਲੋਕਾਂ ਦੀਆਂ ਜਿਹੜੀਆਂ ਨਜਾਇਜ਼ ਮੰਗਾਂ ਨੇ ਉਹਨਾਂ ਅੱਗੇ ਤੁਸੀਂ ਝੁਕਣਾ ਨਹੀਂ ਹੈ, ਇਸ ਦੀ ਉਹਨਾਂ ਨੇ ਪ੍ਰੇਰਣਾ ਦਿੱਤੀ। He inspired them to recognize the strength of the spirit within them। ਤੇ ਉਹਨਾਂ ਨੇ ਉਹ ਜਿਹੜੇ ਲੋਕ ਸੀ ਉਹਨਾਂ ਨੂੰ ਕਿਹਾ ਵੀ ਆਪਣੇ ਅੰਦਰ ਜਿਹੜੀ ਆਤਮਾ ਹੈਗੀ ਹੈ ਉਹਦੀ ਤਾਕਤ ਨੂੰ ਪਛਾਣਨ ਦੇ ਲਈ ਪ੍ਰੇਰਿਤ ਕੀਤਾ, ਸਮਝਾਇਆ ਕਿ ਉਹ ਕਿੰਨਾ ਜ਼ਰੂਰੀ ਅੰਦਰੂਨੀ ਤਾਕਤ ਨੂੰ ਸਮਝਣਾ। He asked them to stay away from all weak thoughts। ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਹਰ ਤਰੀਕੇ ਦੇ ਜਿਹੜੇ ਵਿਚਾਰ ਤੁਹਾਨੂੰ ਥੱਲੇ ਘੇਰਦੇ ਨੇ ਉਹਨਾਂ ਤੋਂ ਦੂਰ ਰਹੋ। He always said untouchability is a sin against humanity। ਉਹਨਾਂ ਨੇ ਹਮੇਸ਼ਾ ਹੀ ਕਿਹਾ ਵੀ ਛੂਤ ਛਾਤ ਜਿਹੜੀ ਹੈਗੀ ਆ ਉਹ ਮਨੁੱਖਤਾ ਦੇ ਵਿਰੁੱਧ ਇੱਕ ਪਾਪ ਹੈਗਾ। Saint Ravidas continued to guide and reform the society of his time all his life। ਤੇ ਸੰਤ ਰਵਿਦਾਸ ਨੇ ਸਾਰੀ ਉਮਰ ਆਪਣੇ ਸਮੇਂ ਦੇ ਵਿੱਚ ਸਮਾਜ ਦੀ ਅਗਵਾਈ ਤੇ ਸੁਧਾਰ ਕਰਦੇ ਰਹੇ। Even in his old age he had the divine glow on his face। ਤੇ even ਜਦੋਂ ਬੁੱਢੇ ਹੋ ਗਏ ਸੀ, ਬੁਢਾਪੇ ਵਿੱਚ ਵੀ ਉਹਨਾਂ ਦੇ ਚਿਹਰੇ ਉੱਤੇ ਉਹ ਰੱਬੀ ਚਮਕ ਜਿਹੜੀ ਹੁੰਦੀ ਹੈ, ਡਿਵਾਈਨ ਉੱਚ ਤਰੀਕੇ ਆਪਾਂ ਕਹਿ ਸਕਦੇ, ਡਿਵਾਈਨ ਯਾਨੀ ਰੱਬ ਦੀ ਉਹ ਜਿਹੜਾ ਗਲੋ ਆ ਜਾਂਦਾ ਨਾ, ਉਹ ਸੀਗਾ, ਚਮਕ ਸੀਗੀ। All his mental faculties remained as strong as ever। ਕਹਿਣ ਦਾ ਮਤਲਬ ਵੀ ਉਹਨਾਂ ਦੀਆਂ ਸਾਰੀਆਂ ਮਾਨਸਿਕ ਜਿਹੜੀਆਂ ਸ਼ਕਤੀਆਂ ਸੀ ਉਹ ਪਹਿਲਾਂ ਵਾਂਗ ਹੀ ਮਜ਼ਬੂਤ ਸੀ। ਜਿਵੇਂ ਬੁਢਾਪੇ ਵਿੱਚ ਜਾ ਕੇ ਥੋੜਾ ਘਟ ਜਾਂਦਾ ਨਾ ਦਿਮਾਗ ਚੱਲਣਾ, ਉਦਾਂ ਨਹੀਂ ਹੋਇਆ ਸੀ। His spirit remained untouched by the stresses of the material world। ਤੇ ਉਹਨਾਂ ਦੀ ਆਤਮਾ ਨੂੰ ਉਹ ਜਿਹੜੇ ਸੰਸਾਰ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਸੀ, ਆਹ ਵੀ ਫੜ ਲਓ, ਆਹ ਵੀ ਲੈ ਲਓ, ਆਹ ਵੀ ਖਰੀਦ ਲਓ, ਉਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਅਸਰ ਹੀ ਨਹੀਂ ਕੀਤਾ, ਉਹ ਤੋਂ ਦੂਰ ਰਹੇ। He led a spiritual life। ਤੇ ਉਹਨਾਂ ਦਾ ਜੀਵਨ ਇੱਕ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਅਧਿਆਤਮਿਕ ਜੀਵਨ ਰਿਹਾ, ਉਹਨਾਂ ਨੇ ਉਸਦੀ ਅਗਵਾਈ ਕੀਤੀ ਹੈ। His end was peaceful। ਤੇ ਉਹਨਾਂ ਦਾ ਅੰਤ ਵੀ ਕਾਫੀ ਸ਼ਾਂਤੀਪੂਰਵਕ ਸੀ। A great soul on this earth became one with the eternal soul। ਤੇ ਉਹ ਧਰਤੀ ਉੱਤੇ ਇੱਕ ਮਹਾਨ ਆਤਮਾ ਉਦੋਂ ਤੱਕ ਰਹੇ ਜਿਨ੍ਹਾਂ ਦੀ ਆਪਾਂ ਕਹਿ ਸਕਦੇ ਆ ਇਟਰਨਲ ਸੋਲ ਰਹੀ ਹੈ, ਜੋ ਕਦੇ ਵੀ ਖਤਮ ਨਹੀਂ ਹੋਏਗੀ। ਮਤਲਬ ਉਹਨਾਂ ਨੇ ਇਹ ਜਿਹੀ ਛਾਪ ਛੱਡੀ ਹੈ ਦੁਨੀਆ ਤੇ। ਉਹ ਚਲੇ ਗਏ ਨੇ ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਅਜੇ ਵੀ ਇੱਥੇ ਹੀ ਹੈਗੀਆਂ। ਅੱਗੇ ਹੈਗਾ ਪੋਸਟ ਰੀਡਿੰਗ ਵੋਕੈਬੂਲਰੀ ਐਕਸਪੈਂਸ਼ਨ, ਪ੍ਰੀਫਿਕਸਿਸ ਐਂਡ ਸਫਿਕਸਿਸ। ਅਗੇਤਰ, ਪ੍ਰੀ ਯਾਨੀ ਪਿੱਛੇ ਵਾਲੇ, ਮਤਲਬ ਸਭ ਤੋਂ ਅੱਗੇ ਲੱਗਣ ਵਾਲੇ, ਤੇ ਇਹਦਾ ਮਤਲਬ ਹੁੰਦਾ ਹੈ ਪਿਛੇਤਰ, ਪਿੱਛੇ ਲੱਗਣ ਵਾਲੇ। ਪ੍ਰੀਫਿਕਸਿਸ ਸਚ ਐਸ ਪਹਿਲਾਂ ਜਿਹੜੇ ਵਰਡਸ ਲੱਗਦੇ ਨੇ, ਪ੍ਰੀ ਲੱਗ ਸਕਦਾ ਹੈ ਕਿਸੇ ਵਰਡ ਦੇ ਅੱਗੇ, ਦਿਸ ਲੱਗ ਸਕਦਾ ਹੈ, ਅਨ, ਇਮ, ਇਨ, ਮਿਸ, ਇਹ ਜਨਰਲੀ ਆਪੋਜ਼ਿਟ ਬਣਾ ਦਿੰਦੇ ਨੇ ਵਰਡ ਨੂੰ। ਠੀਕ ਹੈ, ਜਿਵੇਂ ਮੈਂ ਕਹਾ ਓਨੈਸਟ, ਓਨੈਸਟ ਦਾ ਮਤਲਬ ਕੀ ਹੁੰਦਾ ਹੈ? ਇਮਾਨਦਾਰ। ਜੇ ਉਹਦੇ ਅੱਗੇ ਲਾ ਦਈਏ ਡਿਸ, ਡਿਸਓਨੈਸਟ ਬਣ ਗਿਆ, ਜੋ ਨਹੀਂ ਇਮਾਨਦਾਰ, ਤੇ ਆਪੋਜ਼ਿਟ ਹੋ ਗਿਆ ਨਾ ਓਨੈਸਟ ਦਾ। ਉਵੇਂ ਹੀ ਪਿਓਰ ਦੀ ਥਾਂ ਤੇ ਬਣ ਗਿਆ ਇੰਪਿਓਰ। ਠੀਕ ਹੈ, ਅਪਵਿੱਤਰ। ਪੋਸੀਬਲ ਦੀ ਥਾਂ ਤੇ ਆਈ ਐਮ ਲਾਤਾ ਤਾਂ ਉਹ ਬਣ ਗਿਆ ਸਾਡੇ ਕੋਲ ਇੰਪੋਸੀਬਲ, ਅਸੰਭਵ, ਉਲਟਾ ਹੋ ਗਿਆ। ਉਵੇਂ ਹੀ ਸਫਿਕਸ ਦੀ ਗੱਲ ਕਰੀਏ, ਪਿੱਛੇ ਲੱਗਦਾ ਹੈ ਵਰਡ ਦੇ। ਠੀਕ ਹੈ, ਸ ਤੋਂ ਯਾਦ ਰੱਖਿਓ ਸਭ ਤੋਂ ਐਂਡ ਦੇ ਵਿੱਚ, ਜਿਵੇਂ ਪਿੱਛੇ ਕਿਸੇ ਵਰਡ ਦੇ ਈ ਆਰ ਲੱਗ ਜਾਏਗਾ, ਓ ਆਰ ਲੱਗ ਜਾਏਗਾ, ਆਈ ਏ ਐਨ ਲੱਗ ਜਾਏਗਾ, ਆਈ ਐਸ ਟੀ ਲੱਗ ਜਾਏਗਾ, ਮਤਲਬ ਪਿੱਛੇ ਲੱਗਦੇ ਨੇ, ਉਹਨੂੰ ਸਫਿਕਸਿਸ ਕਹਿੰਦੇ ਨੇ। A person who performs an action does something, ਮਤਲਬ ਇਹ ਲੱਗਦੇ ਨੇ ਜਦ ਕੋਈ ਬੰਦਾ ਕੋਈ ਕੰਮ ਕਰ ਰਿਹਾ ਹੁੰਦਾ ਹੈ ਜਾਂ ਕੋਈ ਡਿਊਟੀ ਪਰਫਾਰਮ ਕਰ ਰਿਹਾ ਹੁੰਦਾ ਹੈ ਤਾਂ ਇਹ ਵਰਡਸ ਲੱਗ ਕੇ ਉਹ ਬਣਾ ਦਿੰਦੇ ਨੇ। ਜਿਵੇਂ ਕੋਬਲਰ, ਠੀਕ ਹੈ, ਈ ਆਰ ਲੱਗ ਗਿਆ ਪਿੱਛੇ, ਮਤਲਬ ਉਹ ਬੰਦਾ ਜਿਹੜੇ ਜੁੱਤੇ ਠੀਕ ਕਰਦਾ, ਜੁੱਤੀਆਂ ਠੀਕ ਕਰਦਾ। ਉਵੇਂ ਹਿਸਟਰੀ ਤੋਂ, ਹਿਸਟਰੀ ਕੀ ਹੁੰਦਾ ਹੈ? HISTORY, ਹਿਸਟਰੀ ਹੁੰਦਾ, ਪਿੱਛੇ IAN ਲਾਤਾ, ਇਹ ਬੰਦਾ ਹੋ ਗਿਆ ਨਾ ਜੋ ਕੰਮ ਕਰਦਾ, ਕੋਈ ਜੋ ਹਿਸਟਰੀ ਨੂੰ ਪੜ੍ਹਦਾ ਉਹ ਹੋ ਗਿਆ ਹਿਸਟੋਰੀਅਨ। ਉਵੇਂ ਹੀ ਸਾਨੂੰ ਇੱਥੇ ਵਰਡਸ ਦਿੱਤੇ ਹੋਏ ਨੇ, ਇਹਨਾਂ ਅੱਗੇ ਆਪਾਂ ਜਾਂ ਤਾਂ ਸਹੀ ਤਰੀਕੇ ਨਾਲ ਕੋਈ ਪ੍ਰੀਫਿਕਸ ਲਾਣਾ ਹੈ ਜਾਂ ਸਫਿਕਸ ਲਾਣਾ ਹੈ ਇਹਨਾਂ ਅੱਗੇ। ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ, ਜਿਵੇਂ ਐਕਟ ਕਰਨਾ, ਉਹਦੇ ਥਾਂ ਤੇ ਆਪਾਂ ਕਹਿ ਸਕਦੇ ਹਾਂ ਇਨੈਕਟ ਕਰਨਾ। ਠੀਕ ਹੈ, ਜਾਂ ਆਪਾਂ ਫੈਕਟਰ ਬਣਾ ਸਕਦੇ ਹਾਂ, ਉਹਦਾ ਐਫ ਅੱਗੇ ਲਾਤਾ, ਉਹ ਆਰ ਪਿੱਛੇ ਲਾਤਾ, ਇਹ ਦੋਨੋਂ ਐਡਿਟ ਕੀਤੇ ਨੇ ਆਪਾਂ, ਅੱਗੇ ਪਿੱਛੇ ਲਾਇਆ। ਉਸ ਤੋਂ ਬਾਅਦ ਸੀਨ, ਦ੍ਰਿਸ਼, ਸੀਨਰੀ। ਪੋਟ, ਘੜਾ, ਪੋਟਰ ਜੋ ਘੜੇ ਨੂੰ ਬਣਾਉਂਦਾ, ਘੁਮਿਆਰ। ਮਿਊਜ਼ਿਕ, ਸੰਗੀਤ, ਮਿਊਜ਼ਿਕਲ, ਸੰਗੀਤ ਵਾਲਾ। ਰਨ, ਦੌੜਨਾ, ਰਨਰ ਜੋ ਦੌੜਦਾ ਹੈ। ਸਕਲਪਟ, ਮੂਰਤੀ ਬਣਾ, ਮਤਲਬ ਸਕਲਪਟ ਕਰਨਾ, ਮੂਰਤੀ ਬਣਾਉਣਾ, ਸਕਲਪਟਰ ਜੋ ਮੂਰਤੀ ਬਣਾਉਂਦਾ ਹੈ। ਵੈਂਡ, ਵੈਂਡਰ, ਵੇਚਣ ਵਾਲਾ। ਰਿਪੋਰਟ, ਉਹਦਾ ਹੋ ਜਾਏਗਾ ਰਿਪੋਰਟਰ। ਪੇਂਟ, ਪੇਂਟਰ। ਇਲੈਕਟ੍ਰਿਕ, ਇਲੈਕਟ੍ਰੀਕਲ, ਜਾਂ ਤੁਸੀਂ ਲਿਖ ਸਕਦੇ ਹੋ ਇਲੈਕਟ੍ਰੀਸ਼ੀਅਨ। ਠੀਕ ਹੈ,
happening, mishappening, complete, completion, correct, incorrect हो जाएगा, patient, patience, impossible, sorry, possible, impossible, loyal दा disloyal या loyalty, read, reader जो पढ़ता है, appear, appearance, या आप कह सकते हैं disappear, अगे dislata, paid दा unpaid, place दा placement। ਅੱਗੇ ਚੱਲਦੇ ਹਾਂ। ਇੱਥੇ ਕਿਹਾ ਗਿਆ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ, ਪੜ੍ਹਨਾ ਹੈ ਤੇ ਜਵਾਬ ਦੇਣਾ ਹੈ। ਪਹਿਲਾ ਸਵਾਲ ਹੈਗਾ ਰਾਈਟ ਦ ਆਨਸਰਸ ਟੂ ਦ ਫੋਲੋਇੰਗ ਕੁਐਸਚਨਸ। when and where was Ravidas born? Ravidas ji ਦਾ ਜਨਮ ਕਦੋਂ ਤੇ ਕਿੱਥੇ ਹੋਇਆ? Ravidas ji was born in the year 1937 at Benares, ਬਨਾਰਸ ਵਿਖੇ ਜਨਮ ਹੋਇਆ। what did Saint Ravidas parents want? ਉਹਨਾਂ ਦੇ ਮਾਪੇ ਕੀ ਚਾਹੁੰਦੇ ਸੀ? they wanted him to be educated, ਕਿ ਉਹ ਪੜ੍ਹ ਲਿਖ ਜਾਣ। why could Ravidas not continue with his studies? वो अपनी पढ़ाई जिहड़ी है वो जारी क्यों नहीं रख सके? Ravidas ji found an unfriendly atmosphere at school, ਉਹਨਾਂ ਨੂੰ ਸਕੂਲ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਵਧੀਆ ਨਹੀਂ ਲੱਗਿਆ, so he could not put his heart into studies, ਪੜ੍ਹਾਈ ਵਿੱਚ ਦਿਲ ਨਹੀਂ ਲਾ ਸਕੇ। what did he understand at school? ਉਹਨਾਂ ਨੂੰ ਸਕੂਲ ਦੇ ਵਿੱਚ ਕੀ ਸਮਝ ਆਇਆ? He understood at school that a child born in a low caste was not treated well in the society, ਵੀ ਜਿਹੜੇ ਸਮਾਜ ਦੇ ਵਿੱਚ ਇੱਕ ਬੱਚੇ ਦਾ ਜਨਮ ਨੀਵੀਂ ਜਾਤ ਦੇ ਵਿੱਚ ਹੋਇਆ ਉਹਨੂੰ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਕੀਤਾ ਜਾਂਦਾ, ਵਧੀਆ ਨਹੀਂ ਸਮਝਿਆ ਜਾਂਦਾ। what was Ravidas in search of and why? Ravidas ਜੀ ਕਿਸ ਚੀਜ਼ ਦੀ ਭਾਲ ਕਰ ਰਹੇ ਸੀ ਤੇ ਕਿਉਂ? ਇਹਦਾ ਆਨਸਰ ਇੱਥੇ ਲਿਖਿਆ ਹੈ। Ravidas ji was in search of some spiritual teacher to show him the right path, ਵੀ ਉਹ ਇੱਕ ਅਧਿਆਤਮਿਕ ਗੁਰੂ ਦੀ ਭਾਲ ਕਰ ਰਹੇ ਸੀ ਜੋ ਕਿ ਉਹਨਾਂ ਨੂੰ ਸਹੀ ਮਾਰਗ ਰਸਤਾ ਦਿਖਾ ਸਕੇ। ਅੱਗੇ what did Swami Ramanand do for Ravidas? Swami Ramanand ji ਨੇ Ravidas ji ਲਈ ਕੀ ਕੀਤਾ? Swami Ramanand ji kindled spiritual flame in Ravidas ji that changed his life, ਵੀ Ramanand ji ਨੇ ਉਹਨਾਂ ਅੰਦਰ ਇੱਕ ਜੋਤ ਜਗਾਤੀ, ਅਗ ਲਾਤੀ ਅਧਿਆਤਮਿਕ ਚੀਜ਼ ਦੀ, ਉਹ ਅਗ ਲਾ ਦਿੱਤੀ ਜਿਹਨੇ ਉਹਦੀ ਜ਼ਿੰਦਗੀ ਬਦਲ ਦਿੱਤੀ। ਅੱਗੇ when did Swami Ramanand ask Ravidas to go back home? Ramanand ji ਨੇ ਕਦੋਂ ਕਿਹਾ Ravidas ji ਨੂੰ ਵੀ ਹੁਣ ਤੁਸੀਂ ਘਰ ਜਾ ਸਕਦੇ ਹੋ? when Swami Ramanand ji was satisfied that the spiritual flame had been kindled permanently in Ravidas ji, he asked him to go home. ਜਦ ਉਹਨਾਂ ਨੂੰ ਇਹ ਸਮਝ ਆ ਗਿਆ ਵੀ ਉਹਨਾਂ ਅੰਦਰ ਜਿਹੜੀ ਜੋਤ ਹੈਗੀ, ਉਹਨਾਂ ਨੇ ਜਿਹੜੀ ਅੱਗ ਲਾਈ ਹੈ ਉਹ ਹੁਣ ਸਦਾ ਲਈ ਚੱਲੇਗੀ ਏਦਾਂ ਦੀ ਏਦਾਂ, ਤਾਂ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਘਰੇ ਜਾ ਸਕਦੇ ਹੋ ਤੇ ਆਪਣਾ ਜੀਵਨ ਜਿਵੇਂ ਚਾਹੇ ਬਤੀਤ ਕਰ ਸਕਦੇ ਹੋ। which place did Saint Ravidas choose for his meditation? ਧਿਆਨ ਲਾਉਣ ਲਈ ਉਹਨਾਂ ਨੇ ਕਿਹੜੀ ਥਾਂ ਚੁਣੀ ਸੀ? he chose a peaceful place in the forest for his meditation, ਵੀ ਧਿਆਨ ਲਾਉਣ ਦੇ ਲਈ ਇੱਕ ਸ਼ਾਂਤ ਥਾਂ ਜੰਗਲ ਦੇ ਵਿੱਚ ਉਹਨਾਂ ਨੇ ਚੁਣੀ ਸੀ। ਅੱਗੇ how did Saint Ravidas save the deer family from the hunter? ਸ਼ਿਕਾਰੀ ਤੋਂ ਉਹ ਹਿਰਨ ਦਾ ਜਿਹੜਾ ਪਰਿਵਾਰ ਉਹਨਾਂ ਨੇ ਕਿਵੇਂ ਬਚਾਇਆ ਉਸ? ਆਨਸਰ Saint Ravidas ji saved the deer's family, ਇਸ deer ਦੇ ਸਪੈਲਿੰਗ ਦੇਖ ਲਓ, DEER ਹੈਗਾ ਹਿਰਨ। ਹਿਰਨ ਦੇ ਪਰਿਵਾਰ ਨੂੰ ਉਹਨਾਂ ਨੇ ਕਿਵੇਂ ਬਚਾਇਆ? from the cruel hunter with his words of wisdom and charming personality, ਮਤਲਬ ਆਪਣੇ ਸਿਆਣਪ ਦੇ ਨਾਲ ਤੇ ਨਾਲ ਦੀ ਨਾਲ ਆਪਣੀ ਸਮਝਦਾਰੀ ਤੇ ਪਰਸਨੈਲਿਟੀ ਦੇ ਨਾਲ, ਵੀ ਉਹ ਕਿਸ ਤਰੀਕੇ ਨਾਲ ਚੀਜ਼ ਨੂੰ ਸਮਝਾਉਂਦੇ ਨੇ, ਉਹ ਉਸ ਦੇ ਨਾਲ ਉਹਨਾਂ ਨੇ ਹੰਟਰ ਨੂੰ, ਸ਼ਿਕਾਰੀ ਨੂੰ ਬਦਲ ਦਿੱਤਾ। what change was seen in the hunter after his contact with Saint Ravidas? ਸ਼ਿਕਾਰੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਤਬਦੀਲੀ ਆਈ ਜਦ ਉਹ ਸੇਂਟ ਰਵਿਦਾਸ ਦੇ ਸੰਪਰਕ ਵਿੱਚ ਆਏ? ਆਨਸਰ all the evil thoughts in the hunter's mind were washed away, ਉਹਦੇ ਦਿਮਾਗ ਦੇ ਵਿੱਚ ਜਿਹੜੇ ਭੈੜੇ ਖਿਆਲ ਸੀ ਉਹ ਸਾਰੇ ਦੇ ਸਾਰੇ ਖਤਮ ਹੋ ਗਏ ਸੀ। what were the main points of Saint Ravidas teaching? ਸੰਤ ਰਵਿਦਾਸ ਜੀ ਦੀ ਸਿੱਖਿਆ ਦੇ ਮੁੱਖ ਨੁਕਤੇ ਕੀ ਸੀ, ਪੁਆਇੰਟਸ ਕੀ ਸੀ? the main points of Saint Ravidas ji's teachings were ਕਿਹੜੇ ਕਿਹੜੇ ਸੀ? ਪਹਿਲਾ all are equal in the eyes of God, ਰੱਬ ਦੇ ਅੱਗੇ ਸਾਰੇ ਦੇ ਸਾਰੇ ਬਰਾਬਰ ਨੇ। the distinctions of caste, color and creed are meaningless, ਜਿਹੜੇ ਭੇਦਭਾਵ ਹੁੰਦੇ ਨੇ ਜਾਤ, ਰੰਗ ਤੇ ਧਰਮ ਦੇ ਵਿੱਚ, ਇਹਨਾਂ ਦਾ ਕੋਈ ਅਰਥ ਹੀ ਨਹੀਂ ਹੈ। untouchability is a sin against humanity, ਛੂਤ ਛਾਤ ਜਿਹੜੀ ਹੈਗੀ ਹੈ ਉਹ ਮਨੁੱਖਤਾ ਵਿਰੁੱਧ ਇੱਕ ਪਾਪ ਹੈਗੀ ਹੈ। ਅੱਗੇ ਐਕਟੀਵਿਟੀ ਦਿੱਤੀ ਗਈ ਹੈ what have you understood about Saint Ravidas from the lesson? write 3 to 4 sentences on Saint Ravidas, ਤੁਸੀਂ ਇਸ ਪਾਠ ਵਿੱਚੋਂ ਸੰਤ ਰਵਿਦਾਸ ਜੀ ਬਾਰੇ ਕੀ ਸਮਝਿਆ ਹੈਗਾ, ਉਹਨਾਂ ਬਾਰੇ ਤੁਸੀਂ 3-4 ਵਾਕ ਜਿਹੜੇ ਨੇ ਉਹ ਲਿਖਣੇ ਨੇ, ਤੇ ਮੈਂ ਇਹਦਾ ਆਨਸਰ ਇੱਥੇ ਲਿਖਿਆ
रविदास जी was one of the greatest saints of India. रविदास जी भारत ਦੇ ਮਹਾਨ ਸੰਤਾਂ ਵਿੱਚੋਂ ਇੱਕ ਸਨ. He was very humble. ਵੀ ਉਹ ਬਹੁਤ ਹਲੀਮੀ ਨਾਲ ਪੇਸ਼ ਆਉਂਦੇ ਸੀ. He was completely different from the people of that time. ਤੇ ਉਹ ਆਪਣੇ ਸਮੇਂ ਦੇ ਲੋਕਾਂ ਨਾਲੋਂ ਬਿਲਕੁਲ ਵੱਖਰੇ ਸੀ. His spiritual message appealed to everyone. ਉਹਨਾਂ ਦਾ ਅਧਿਆਤਮਿਕ ਸੰਦੇਸ਼ ਹਰ ਇਨਸਾਨ ਨੂੰ ਪ੍ਰਭਾਵਿਤ ਕਰ ਦਿੰਦਾ ਸੀ. His charming personality even changed the cruel hunter. ਤੇ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹਨੇ ਉਸ ਸ਼ਿਕਾਰੀ ਦਾ ਵੀ ਦਿਲ ਜਿਹੜਾ ਹੈਗਾ ਉਹ ਬਦਲ ਦਿੱਤਾ ਸੀ. ਅੱਗੇ ਚੱਲਦੇ ਹਾਂ. ਇੱਥੇ ਵਰਬਸ ਦੱਸੇ ਗਏ ਨੇ. ਕਿਰਿਆ ਜਦ ਹੁੰਦੀ ਹੈ, ਕੋਈ ਕੰਮ ਹੁੰਦਾ ਉਹਨੂੰ ਆਪਾਂ ਵਰਬ ਕਹਿੰਦੇ ਹਾਂ. ਲਰਨਿੰਗ ਲੈਂਗੁਏਜ ਗ੍ਰਾਮਰ ਸਿੱਖਾਂਗੇ. ਵਰਬਸ ਆਰ ਦ ਵਰਡਸ ਦੈਟ ਸ਼ੋ ਅ ਪਰਸਨਸ ਐਕਸ਼ਨ. ਵੀ ਕੋਈ ਕੰਮ ਹੋ ਰਿਹਾ, ਕਿਰਿਆ ਹੋ ਰਹੀ ਹੈ, ਔਰ ਸਟੇਟ ਆਫ ਬੀਇੰਗ, ਉਹ ਕਿਸ ਸਥਿਤੀ ਵਿੱਚ ਹੈ, ਹੋਂਦ ਵਿੱਚ ਹੈ. ਜਿਵੇਂ ਅਸ਼ੋਕ ਰਨਸ, ਕੰਮ ਹੋ ਰਿਹਾ, ਰਨਸ. ਦ ਡੌਗ ਜੰਪਸ, ਕੰਮ ਹੋ ਰਿਹਾ. ਆਈ ਐਮ ਈਟਿੰਗ, ਖਾ ਰਿਹਾ ਹਾਂ. ਤੇ ਇੱਥੇ ਰਨਸ, ਜੰਪਸ ਤੇ ਐਮ ਈਟਿੰਗ ਇਹ ਸਾਰੇ ਵਰਬਸ ਹੈਗੇ ਨੇ. ਅ ਵਰਬ ਜਿਹੜਾ ਹੈਗਾ ਉਹ ਦੋ ਕੈਟੇਗਰੀਜ਼ ਦੇ ਵਿੱਚ ਜਾ ਸਕਦਾ. ਇੱਕ ਮੇਨ ਵਰਬ ਜੋ ਕੰਮ ਹੋ ਰਿਹਾ ਤੇ ਇੱਕ ਹੈਲਪਿੰਗ ਵਰਬ. ਠੀਕ ਹੈ, ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਐਗਜ਼ਾਮਪਲ ਦੇ ਦਿੰਦੀ ਆ ਵੀ ਹੈਲਪਿੰਗ ਵਰਬਸ ਜਿਹੜੇ ਹੁੰਦੇ ਨੇ ਉਹਨਾਂ ਵਿੱਚ ਕੀ ਕੀ ਆਉਂਦਾ ਹੈ. ਆਪਾਂ ਇੱਥੇ ਗੱਲ ਕਰ ਲੈਂਦੇ ਹਾਂ. ਹੈਲਪਿੰਗ ਵਰਬਸ, ਇਹਨਾਂ ਦੀ ਇੱਕ ਮੈਂ ਤੁਹਾਨੂੰ ਲਿਸਟ ਦੇ ਦਿੰਦੀ ਆ. ਇਹ ਐਕਚੁਅਲੀ ਮੇਨ ਵਰਬ ਦੇ ਨਾਲ ਕੰਮ ਕਰਦੇ ਨੇ, ਉਸ ਐਕਸ਼ਨ ਨੂੰ ਡਿਸਕ੍ਰਾਈਬ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਨੇ. ਜਿਵੇਂ ਐਮ, ਜਿਵੇਂ ਤੁਸੀਂ ਕਹੋ ਆਈ ਐਮ ਈਟਿੰਗ. ਈਟਿੰਗ ਕੀ ਹੈ, ਮੇਨ ਵਰਬ ਹੈ, ਕੰਮ ਖਾ ਰਹੇ ਹਾਂ. ਐਮ ਇਹਦੀ ਮਦਦ ਕਰਨ ਲਈ ਯੂਜ਼ ਕੀਤਾ ਗਿਆ, ਹੈਲਪਿੰਗ ਵਰਬ ਹੈ. ਐਮ ਹੋ ਗਿਆ, ਵਰ ਹੋ ਗਿਆ, ਹੈਜ਼ ਹੋ ਗਿਆ, ਸ਼ੈਲ ਹੋ ਗਿਆ, ਮੇ, could, is, being, have, will, might, does. बहुत सारे helping verbs ਹੁੰਦੇ ਨੇ. are, been, had, should, must, do, was, be, did, would, can. ਇਹ ਤੁਸੀਂ ਇੱਕ ਚਾਰਟ ਬਣਾ ਸਕਦੇ ਹੋ. ਬਹੁਤ ਸਾਰੇ ਹੈਲਪਿੰਗ ਵਰਬਸ ਹੁੰਦੇ ਨੇ. ਠੀਕ ਹੈ, ought to, ਲਿਸਟ ਚੱਲਦੀ ਰਹਿੰਦੀ ਹੈ ਜੋ ਮੇਨ ਵਰਬ ਦੀ ਮਦਦ ਕਰਦੇ ਨੇ, ਉਹਨਾਂ ਨੂੰ ਹੈਲਪਿੰਗ ਵਰਬ ਕਹਿੰਦੇ. ਜਿਵੇਂ ਇੱਥੇ ਆਪਾਂ ਦੇਖੀਏ is making tea. ਹੁਣ ਮੇਕਿੰਗ ਤਾਂ ਕੰਮ ਹੋ ਗਿਆ, ਮੇਨ ਕੰਮ ਮੇਕਿੰਗ ਹੋ ਗਿਆ. is ਕੀ ਹੈ, ਹੈਲਪਿੰਗ ਵਰਬ. ਉਵੇਂ ਹੀ has made tea, made ਯਾਨੀ ਬਣਾ ਲਈ, ਬਟ has made ਉਹਦੀ ਮਦਦ ਹੋ ਰਹੀ ਹੈ, has ਹੈਲਪਿੰਗ ਵਰਬ ਹੈ. ਸੀਮਾ is dancing, ਕੰਮ ਕੀ ਹੋ ਰਿਹਾ, ਮੇਨ ਡਾਂਸ ਹੋ ਰਿਹਾ, ਬਟ is ਉਹਦੀ ਮਦਦ ਕਰ ਰਿਹਾ, is. The actors have finished their work. ਠੀਕ ਹੈ, ਇੱਥੇ have ਜਿਹੜਾ ਹੈ ਉਹ ਹੈਲਪਿੰਗ ਵਰਬ ਹੈ, finish ਜਿਹੜਾ ਹੈ ਉਹ ਮੇਨ ਵਰਬ ਹੈਗਾ. ਹੁਣ ਇੱਥੇ ਸਾਨੂੰ ਉਹੀ ਸਮਝਾਇਆ ਗਿਆ, ਧਿਆਨ ਨਾਲ ਤੁਸੀਂ ਦੇਖੋਗੇ. The main verb expresses the nature of the action. ਵੀ ਕੰਮ ਕੀ ਹੋ ਰਿਹਾ ਹੈ, while the helping verb helps the main verb in telling the time. ਵੀ ਕਦੋਂ ਐਕਸ਼ਨ ਹੋ ਰਿਹਾ. ਜਿਵੇਂ is ਦੀ ਗੱਲ ਹੋ ਰਹੀ ਹੈ, is eating ਯਾਨੀ ਹੁਣ ਖਾ ਰਹੀ ਹੈ, present ਦੀ ਗੱਲ. ਠੀਕ ਹੈ, ਕੰਮ ਹੁਣ ਹੋ ਰਿਹਾ. was eating, ਇਹ ਹੈਲਪਿੰਗ ਵਰਬ ਹੈ, was ਯਾਨੀ ਪਹਿਲਾਂ ਦੀ ਗੱਲ ਹੋ ਰਹੀ ਹੈ, past ਦੀ. ਹੁਣ ਇੱਥੇ ਆਪਾਂ ਗੱਲ ਕਰਦੇ ਹਾਂ. ਇੱਥੇ ਦੱਸਿਆ ਹੈਲਪਿੰਗ ਵਰਬਸ ਨੂੰ ਮੈਂ ਯੈਲੋ ਦੇ ਨਾਲ ਹਾਈਲਾਈਟ ਕਰਤਾ ਹੈ ਤੇ ਮੇਨ ਵਰਬ ਜਿਹੜੇ ਨੇ ਅੰਡਰਲਾਈਨ ਕੀਤੇ. ਤੁਸੀਂ ਚਾਹੋ ਤਾਂ ਗੋਲਾ ਮਾਰ ਸਕਦੇ ਹੋ. ਜਿਵੇਂ ਆਈ ਐਮ ਈਟਿੰਗ ਐਨ ਐਪਲ, ਖਾ ਰਹੀ ਹਾਂ. ਐਮ ਹੈਲਪਿੰਗ ਵਰਬ ਹੈ, ਈਟਿੰਗ ਮੇਨ ਵਰਬ ਹੈ. ਉਵੇਂ ਦੇ ਵਰ ਈਟਿੰਗ ਇਨ ਅ ਰੈਸਟੋਰੈਂਟ, ਉਹ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਰਹੇ ਸੀ. ਵਰ ਹੈਲਪਿੰਗ ਵਰਬ, ਆ ਦੇਖੋ ਯੈਲੋ, ਤੇ ਈਟਿੰਗ ਕੀ ਹੈ, ਮੇਨ ਵਰਬ. ਰਾਖੀ had prepared food at home. ਰਾਖੀ ਨੇ ਘਰੇ ਖਾਣਾ ਤਿਆਰ ਕਰ ਲਿਆ ਸੀ. had helping verb, prepared ਬਣਾ ਲਿਆ ਸੀ, main verb. The guests were sleeping in the bedroom. were helping verb, sleeping ਜੋ ਕੰਮ ਹੋ ਰਿਹਾ ਸੀ, main ਉਹ ਮੇਨ ਵਰਬ ਆ ਜਾਏਗਾ. ਤੁਸੀਂ ਵਰਬਸ ਦੀ ਨਾ ਮੈਨੂੰ 4-5 ਐਗਜ਼ਾਮਪਲ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ. ਸੁਸ਼ਾਂਤ is sitting in the kitchen, is helping verb, sitting main verb. They have participated in the race, have helping verb, participated main verb. Radhika has been playing, has been की है helping verb, playing main verb है. She will take tea, will helping verb, take main verb. He is practicing the piano, is helping verb, practicing main verb. We go to the cinema every week. ਇੱਥੇ ਸਿਰਫ go ਹੈਗਾ, helping verb ਨਹੀਂ ਹੈ, main verb ਹੈ.
ਨਵਿਕਾ is reading the newspaper, is helping verb, reading ਕੀ ਹੈਗਾ main verb। ਹੁਣ ਉਵੇਂ ਹੀ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ transitive ਤੇ intransitive ਜਿਹੜੇ verbs ਹੁੰਦੇ ਨੇ ਉਹਨਾਂ ਬਾਰੇ। ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦੱਸ ਦਿੰਦੀ ਹਾਂ, ਸਮਝਾ ਦਿੰਦੀ ਹਾਂ ਵੀ ਇਹ ਕਿੱਥੇ ਯੂਜ਼ ਹੁੰਦੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ transitive verbs ਦੀ। ਜਿਹੜੇ transitive verbs ਹੁੰਦੇ ਨੇ ਉਹਨਾਂ ਨੂੰ ਇੱਕ ਆਬਜੈਕਟ ਚਾਹੀਦਾ ਹੁੰਦਾ ਹੈ ਆਪਣਾ ਮੀਨਿੰਗ ਕੰਪਲੀਟ ਕਰਨ ਲਈ। ਆਬਜੈਕਟ ਯਾਨੀ ਜਿਸ ਚੀਜ਼ ਉੱਤੇ ਕੰਮ ਹੋ ਰਿਹਾ, ਠੀਕ ਹੈ, ਉਹਨਾਂ ਨੂੰ ਚਾਹੀਦਾ ਹੁੰਦਾ। ਜਿਵੇਂ we liked the match, ਕਿਹੜੀ ਚੀਜ਼ ਪਸੰਦ ਆਈ। we ਜੋ ਕਰਤਾ ਹੈਗਾ, ਆਬਜੈਕਟ ਜਿਹਦੇ ਉੱਤੇ ਕੰਮ ਹੋ ਰਿਹਾ, ਜਿਹਦੀ ਗੱਲ ਹੋ ਰਹੀ ਹੈ, ਇਹ ਆਬਜੈਕਟ ਹੈ, ਠੀਕ ਹੈ। ਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਲਾਈਕਡ ਕੀ ਹੈਗਾ verb, ਪਸੰਦ ਆਇਆ। ਕੀ ਪਸੰਦ ਆਇਆ ਉਹਦਾ ਜਵਾਬ ਦਿੰਦਾ ਹੈ, ਕਿਸ ਚੀਜ਼ ਦਾ, ਕੀ ਦਾ ਜਵਾਬ ਦਿੰਦਾ, ਠੀਕ ਹੈ। ਉਵੇਂ ਹੀ I closed the door, ਇੱਥੇ ਡੋਰ ਕੀ ਹੈ, ਜਿਸ ਉੱਤੇ ਕੰਮ ਹੋਇਆ, ਮੈਂ ਦਰਵਾਜ਼ਾ ਬੰਦ ਕੀਤਾ। ਕਲੋਜ਼ ਜਿਹੜਾ ਹੈਗਾ ਉਹ ਸਾਡੇ ਕੋਲ ਇੱਕ ਟ੍ਰਾਂਜ਼ਿਟਿਵ ਵਰਬ ਹੈ ਕਿਉਂਕਿ ਉਹਦੇ ਨਾਲ ਇੱਕ ਆਬਜੈਕਟ ਜੁੜਿਆ ਹੋਇਆ। ਸਮਝ ਆਇਆ। ਉਵੇਂ ਹੀ ਜੇ ਮੈਂ ਤੁਹਾਨੂੰ ਐਗਜ਼ਾਮਪਲ ਦਵਾਂ ਇਨ ਟ੍ਰਾਂਜ਼ਿਟਿਵ ਵਰਬਸ ਦੀ, ਇਨ ਟ੍ਰਾਂਜ਼ਿਟਿਵ ਵਰਬਸ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਪਿੱਛੇ ਇੱਕ ਡਾਇਰੈਕਟ ਆਬਜੈਕਟ ਨਹੀਂ ਹੁੰਦਾ, ਡਾਇਰੈਕਟ ਆਬਜੈਕਟ ਨਹੀਂ ਹੁੰਦਾ ਜਿਹਦੇ ਉੱਤੇ ਕੰਮ ਹੋ ਰਿਹਾ। ਜਿਵੇਂ ਮੈਂ ਇੱਕ ਐਗਜ਼ਾਮਪਲ ਦਵਾਂ, I was sleeping, ਮੈਂ ਸੋ ਰਹੀ ਸੀ। ਕਿੱਥੇ ਸੋ ਰਹੀ ਸੀ, ਕੀ ਹੋ ਰਿਹਾ ਸੀ, ਕੋਈ ਹੋਰ ਜਾਣਕਾਰੀ ਨਹੀਂ ਹੈ ਨਾ। ਉਵੇਂ ਹੀ ਇੱਥੇ ਇੱਕ ਹੋਰ ਐਗਜ਼ਾਮਪਲ, your dogs ਜਾਂ your dog barks a lot, ਕਿਹਦੇ ਤੇ ਭੌਂਕਦਾ ਹੈ, ਬਾਕ ਤਾਂ ਕਰ ਰਿਹਾ barks, ਪਰ ਕਿਹਦੇ ਤੇ ਉਹ ਜਵਾਬ ਨਹੀਂ ਨਾ ਹੋ ਰਿਹਾ, ਤਾਂ ਇਸੇ ਕਰਕੇ ਇਨਟ੍ਰਾਂਜ਼ਿਟਿਵ ਵਰਬਸ ਹੈਗੇ। ਉਹੀ ਆਪਾਂ ਪੜ ਰਹੇ ਹਾਂ। ਇੱਥੇ ਸਬਜੈਕਟ ਹੁੰਦਾ ਹੈ ਕਰਤਾ, ਠੀਕ ਹੈ। ਜਦ ਟ੍ਰਾਂਜ਼ਿਟਿਵ ਵਰਬ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਦਿਖਾਇਆ ਜਾ ਰਿਹਾ ਹੈ ਕਿ ਟ੍ਰਾਂਜ਼ਿਟਿਵ ਵਰਬ ਸ਼ੋਜ਼ ਐਨ ਐਕਸ਼ਨ, ਜੋ ਕੰਮ ਹੋ ਰਿਹਾ ਹੈ ਉਹ ਪਾਸਿਸ ਔਨ ਫਰਮ ਸਬਜੈਕਟ ਜੋ ਕੰਮ ਕਰ ਰਿਹਾ ਹੈ ਟੂ ਸਮਥਿੰਗ ਔਰ ਸਮਵਨ, ਉਹ ਕੰਮ ਜਿਹੜਾ ਕਰ ਰਿਹਾ ਉਹ ਕਿਸੇ ਤੇ ਕਰ ਰਿਹਾ ਹੈ, ਆਬਜੈਕਟ ਤੇ ਗੱਲ ਜਾਂਦੀ ਹੈ। ਜਿਵੇਂ the policeman arrested the thief, ਪੁਲਿਸਮੈਨ ਕਰਤਾ ਨੇ ਕਿਹਨੂੰ ਫੜਿਆ, ਅਰੈਸਟ ਕੀਤਾ, ਕਿਹਨੂੰ ਫੜਿਆ, ਉਹ ਹੈਗਾ thief, ਚੋਰ। the boys are eating, ਇਹ ਵੀ ਕਹਿ ਸਕਦੇ, ਲੇਕਿਨ ਜੇ ਮੈਂ ਕਹਾਂ ਐਪਲਸ, boys ਐਪਲਸ ਖਾ ਰਹੇ ਨੇ ਤਾਂ ਈਟਿੰਗ ਇੱਥੇ ਕੀ ਹੋ ਗਿਆ, ਟ੍ਰਾਂਜ਼ਿਟਿਵ। ਉਵੇਂ ਜੇ ਇਨਟ੍ਰਾਂਜ਼ਿਟਿਵ ਦੀ ਗੱਲ ਕਰੀਏ, ਇਹਦੇ ਵਿੱਚ ਜੋ ਕੰਮ ਹੋ ਰਿਹਾ ਹੈ ਉਹ ਆਪਣੇ ਆਪ ਵਿੱਚ ਪੂਰਾ ਹੁੰਦਾ ਹੈ, ਉਹਦੇ ਵਿੱਚ ਆਬਜੈਕਟ ਨਹੀਂ ਲੱਗਦਾ, ਠੀਕ ਹੈ। ਜਿਵੇਂ the bangles are green, ਬਸ ਇੰਨੀ ਜਾਣਕਾਰੀ ਹੈ, ਹਰੀਆਂ ਹੈਗੀਆਂ ਨੇ, ਕਿਹਦੀ ਕਿੱਥੇ ਕੁਛ ਨਹੀਂ। ਸੀਮਾ ਸੀਮ ਸੈਡ, ਉਦਾਸ ਲੱਗ ਰਹੀ ਹੈ, ਬਸ ਹੋਰ ਕੋਈ ਜਾਣਕਾਰੀ ਨਹੀਂ ਹੈ। water boils at 100 degree centigrade, ਠੀਕ ਹੈ, ਬੋਇਲ ਹੋ ਰਹੇ। the child was crying, ਕਿਹਨੂੰ ਦੇਖ ਕੇ, ਕਿਹਦੇ ਤੇ, ਕੋਈ ਜਾਣਕਾਰੀ ਨਹੀਂ ਹੈ। she traveled yesterday, ਕਿੱਥੇ ਗਈ, ਕਿਹਦੇ ਨਾਲ, ਕੋਈ ਜਾਣਕਾਰੀ ਨਹੀਂ ਹੈ, ਬਸ traveled ਹੈ। ਇਹ ਹੋ ਗਏ ਇਨਟ੍ਰਾਂਜ਼ਿਟਿਵ ਵਰਬ। ਜਿਹੜੀ ਟ੍ਰਾਂਜ਼ਿਟਿਵ ਵਰਬਸ ਹੈ ਜਿਹਨੂੰ ਆਪਾਂ ਕਹਿੰਦੇ ਆ ਆਸਕ, ਆਫਰ, ਪ੍ਰੋਮਿਸ, ਟੈਲ, ਇਹ ਦੋ ਹੁੰਦੇ ਨੇ। they take two objects, ਇੱਕ ਡਾਇਰੈਕਟ ਤੇ ਇੱਕ ਇਨਡਾਇਰੈਕਟ ਆਬਜੈਕਟ। ਜਦ ਆਪਾਂ ਇਹ ਵਾਲੇ ਵਰਬਸ ਦੀ ਗੱਲ ਕਰਦੇ ਹਾਂ, ਯਾਦ ਰੱਖਿਓ ਇਹ ਟ੍ਰਾਂਜ਼ਿਟਿਵ ਵਰਬ ਹੈਗੇ ਨੇ ਜਿਹਦੇ ਵਿੱਚ ਆਬਜੈਕਟ ਲੱਗਦਾ ਹੈ। ਹੁਣ ਆਬਜੈਕਟ ਜਾਂ ਤਾਂ ਸਿੱਧੇ ਤਰੀਕੇ ਨਾਲ ਆ ਜਾਂਦਾ ਹੈ ਜਾਂ ਇਨਡਾਇਰੈਕਟ ਤਰੀਕੇ ਨਾਲ ਆ ਜਾਂਦਾ ਹੈ। ਜਿਵੇਂ ਹੁਣ ਇੱਥੇ ਜਿਵੇਂ ਐਗਜ਼ਾਮਪਲ ਦਿੱਤਾ, ਧਿਆਨ ਨਾਲ ਦੇਖਿਓ। ਸੈਂਟੈਂਸ ਹੋ ਸਕਦਾ ਸੀ he gave an apple, ਉਹਨੇ ਇੱਕ ਸੇਬ ਦਿੱਤਾ। ਸਿੱਧਾ ਸਿੱਧਾ ਦਿਖਾਈ ਦੇ ਰਿਹਾ, ਡਾਇਰੈਕਟ ਤੁਹਾਨੂੰ ਆਬਜੈਕਟ ਕੀ ਦਿੱਤਾ, ਐਪਲ ਦਿੱਤਾ, ਬਸ ਇੱਥੇ ਗੱਲ ਖਤਮ ਹੋ ਗਈ, ਡਾਇਰੈਕਟ ਆਬਜੈਕਟ ਹੈਗਾ। ਪਰ ਜੇ ਮੈਂ ਕਹਾਂ ਇਸ ਡਾਇਰੈਕਟ ਆਬਜੈਕਟ ਤੋਂ ਪਹਿਲਾਂ ਇੱਕ ਹੋਰ ਚੀਜ਼ ਆ ਗਈ, he gave me an apple, ਉਹਨੇ ਮੈਨੂੰ ਇੱਕ ਐਪਲ ਦਿੱਤਾ, ਤੇ ਇੱਥੇ ਇਹ ਜਿਹੜਾ ਐਪਲ ਹੈ ਮੈਨੂੰ ਦਿੱਤਾ ਨਾ, ਕੋਈ ਨਾਮ, ਕੋਈ ਨਾਉਨ, ਪ੍ਰੋਨਾਉਨ ਜਿਹੜਾ ਹੈਗਾ ਉਹ ਵਿਚਕਾਰ ਆ ਗਿਆ, ਬਿਫੋਰ ਦਾ ਡਾਇਰੈਕਟ ਆਬਜੈਕਟ ਆ ਗਿਆ, ਉਹਨੂੰ ਆਪਾਂ ਇਨਡਾਇਰੈਕਟ ਆਬਜੈਕਟ ਕਹਿੰਦੇ, ਠੀਕ ਹੈ। ਆਖਿਰਕਾਰ ਕੰਮ ਜਿਹੜਾ ਮੇਰੇ ਤੇ ਹੋਇਆ, ਸੇਬ ਮਿਲਿਆ ਪਰ ਮੈਨੂੰ। ਉਵੇਂ ਹੀ the teacher told a story, ਟੀਚਰ ਨੇ ਕਹਾਣੀ ਦੱਸੀ। ਅਜੇ ਅਸ ਨੂੰ ਭੁੱਲ ਜਾਓ, ਅ ਸਟੋਰੀ ਜੇ ਆਪਾਂ ਕਹੀਏ ਇੰਨਾ ਜਿਹਾ ਸੈਂਟੈਂਸ ਏ ਤੇ ਏ, ਤਾਂ ਉਹ ਡਾਇਰੈਕਟ ਆਬਜੈਕਟ ਜਿਹੜਾ ਹੈਗਾ ਉਹ ਅ ਸਟੋਰੀ, ਕਹਾਣੀ ਦੱਸੀ, ਠੀਕ ਹੈ। ਟੀਚਰ ਜਿਹੜਾ ਹੈ ਉਹ ਸਬਜੈਕਟ ਹੈ, ਆਬਜੈਕਟ ਜਿਹਦੇ ਤੇ ਹੋ ਰਿਹਾ ਸਟੋਰੀ। ਪਰ ਜੇ ਮੈਂ ਕਹਾਂ the teacher told us a story, ਤਾਂ ਕਹਾਣੀ ਘੁੰਮ ਕੇ ਫਿਰ ਇੱਧਰ ਨੂੰ ਆ ਰਹੀ ਹੈ us, ਉਹ ਇਨਡਾਇਰੈਕਟ ਆਬਜੈਕਟ ਹੈ, ਡਾਇਰੈਕਟ ਤੋਂ ਪਹਿਲਾਂ। will you make a cup of tea, ਕਿ ਤੁਸੀਂ ਚਾਹ ਦਾ ਇੱਕ ਕੱਪ ਬਣਾ ਲਓਗੇ, ਸਿੰਪਲ,
ठीक है। पर जे मैं कहा विल यू मेक मी, मैनू बना के दे दोगे, तो इधरों घूम के आ रही है गल, इधरों सीधा इधर आ रही है, तो इनडायरेक्ट हो गया ऑब्जेक्ट। समझ आया? ही ऑफर्ड अ जॉब, उन्हें एक जॉब ऑफर की थी। पर जे मैं कहा ही ऑफर्ड मी अ जॉब, मैनू जॉब ऑफर की थी, फिर तो घूम के आ रही है ना गल, ठीक है ना। जो काम कर रहे ने उन्होंने सब्जेक्ट कहा जाता है, जिवें ही हो गया, टीचर हो गया, यू हो गया, ही हो गया, ये सब्जेक्ट ने, उन्होंने वर्ब लगे हुए ने। ये जे घूम के गल आ रही है तो इनडायरेक्ट ऑब्जेक्ट हो जाएगा, जे सीधी गल हो रही है तो डायरेक्ट ऑब्जेक्ट हो जाएगा, ठीक है। उवें ही sentences can be written in different ways also. The direct object comes before the indirect object. ਜੇ ਡਾਇਰੈਕਟ ਹੁਣ ਆਪਾਂ ਇੱਥੇ ਕੀਤਾ ਸੀ ਇਨਡਾਇਰੈਕਟ ਪਹਿਲਾਂ ਆ ਰਿਹਾ ਸੀ, ਪਰ ਮੰਨ ਲਓ ਜੇ ਡਾਇਰੈਕਟ ਆਬਜੈਕਟ ਪਹਿਲਾਂ ਆ ਜੇ, ਉਸ ਤੋਂ ਬਾਅਦ ਫਿਰ ਪ੍ਰੈਪੋਜੀਸ਼ਨ ਆ ਜਾਂਦੀ ਹੈ ਜੋ ਥਾਂ ਬਾਰੇ ਦੱਸਦੀ ਹੈ ਵੀ ਕਿੱਥੇ ਕੋਈ ਚੀਜ਼ ਹੈਗੀ ਹੈ। ਜਿਵੇਂ he gave an apple to me, ਉਲਟਾ ਕਰਤਾ ਨਾ। ਪਹਿਲਾਂ ਆਪਾਂ ਕੀ ਕਿਹਾ ਸੀ, ਇਹਦੇ ਤੋਂ ਪਹਿਲਾਂ ਜੋ ਆਪਾਂ ਪੜਿਆ ਸੀ he gave me an apple, ਇਨਡਾਇਰੈਕਟ ਆਬਜੈਕਟ ਪਹਿਲਾਂ ਆ ਰਿਹਾ ਸੀ। ਹੁਣ ਇਹ ਜਿਹੜਾ ਮੀ ਹੈਗਾ ਇਹ ਪਿੱਛੇ ਚਲਾ ਗਿਆ, ਇਦਾਂ ਵੀ ਲਿਖਿਆ ਜਾ ਸਕਦਾ ਹੈ ਵੀ ਉਹਨੇ ਇੱਕ ਸੇਬ ਮੈਨੂੰ ਦਿੱਤਾ। ਉਵੇਂ ਹੀ the teacher told a story to us, ਆ ਸਟੋਰੀ ਪਹਿਲਾਂ ਆ ਗਿਆ, ਫਿਰ ਟੂ ਕਿਹਨੂੰ ਦੱਸੀ, us, ਇਦਾਂ ਕਰਕੇ ਇਹੀ ਸੈਂਟੈਂਸਸ ਇਸ ਤਰੀਕੇ ਨਾਲ ਲਿਖੇ ਗਏ ਨੇ। ਉਵੇਂ will you make a cup of tea for me, ਉਲਟਾ ਕਰਕੇ he offered a job to me, ਉਹਨੇ ਮੈਨੂੰ ਇੱਕ ਨੌਕਰੀ ਆਫਰ ਕੀਤੀ, ठीक है। इत्थे दिते हुए ने कुछ ट्रांजिटिव, सम वर्ब्स कैन, कुछ वर्ब्स जेडे ने वो ट्रांजिटिव भी हो सकते ने, इंट्रांजिटिव भी हो सकते ने, दोनों दा काम कर सकते ने, यानी डायरेक्ट उन्हां पिछे ऑब्जेक्ट भी हो सकता, नहीं भी हो सकता। यही सी ट्रांजिटिव इंट्रांजिटिव। जिवें द हॉर्स ड्रू द कार्ट, जेड़ा घोड़ा सी उन्हें कार्ट जेड़ी गड्डी जेड़ी ओ लेके गया। दे ड्रू अस नियर, भी ओ सानू नेड़े तक ले गए, ठीक है ना। हुण The driver stopped the train, driver ने ट्रेन रोकी, ट्रेन ते काम हो रहा, ऑब्जेक्ट हैगा इत्थे कार्ट सी, ऑब्जेक्ट इत्थे ट्रेन है। The train stopped suddenly, किथे रुकी, किनू रोकिया, कुछ नहीं, पर stopped, रुकी, इंट्रांजिटिव हो गया। The peon rang the bell, peon ने बेल बजा देती, ठीक है। की बजाया, बेल। The bell rang, बस किने बजाई, किथे बजी, किनू होया, वो नहीं दस्या गया। उवें ही an intransitive verb जिहदे पिछे ऑब्जेक्ट नहीं हुंदा may become transitive when combined with a preposition। जे intransitive है तो उन्होंने transitive बना सकते हैं preposition लाके, to, with, under, ये सारे words लगा के। जिवें he burnt his hand, उन्हें अपना हाथ जला लिया। he burnt with rage, वो गुस्से नाल जल पुज गया। with आ गया ना, with ये preposition है, to preposition है, with preposition है। he eats bread, वो bread खाता है, ट्रांजिटिव है। हुन intransitive जेड़ा है कि we eat to live, असी जे preposition लग गए तो intransitive हो गया, असी जीन लई खाने हैं। they opened the door, उन्होंने दरवाजा खोलिया। the story opens with a comedy, यानी कहानी शुरू होंदी है कॉमेडी नाल। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ intransitive ਹੈਗੇ ਨੇ ਉਹ ਜੇ ਉਹਨਾਂ ਪਿੱਛੇ preposition ਲਾ ਦਿੱਤੀ ਜਾਵੇ ਤਾਂ ਉਹ ਵੀ ट्रांजिटिव बन जाते हैं एक तरीके का। हुण इत्थे असीं दसदे भी ये ट्रांजिटिव हैगे या इंट्रांजिटिव, ते नाल दी नाल ये दसदे भी वर्ब किहड़ा है, जे जे ऑब्जेक्ट हैगा तां किहड़ा हैगा। जिवें she lost, she has lost her bag, उन्हें अपना बैग जिहड़ा गुमा दिता। हुण इत्थे ट्रांजिटिव है, देखो has lost वर्ब आ गया, मेन ते हेल्पिंग दोनों आ गए। की नू गुमाया, बैग नू, ये ट्रांजिटिव हो गया क्योंकि ऑब्जेक्ट हैगा। The wind is blowing strongly, किथे किदे ते कुछ नहीं दस्या, बस blowing strongly, is blowing verb आ गया ते intransitive है क्योंकि ऑब्जेक्ट नहीं है। Bubbly closed the window, बबली ने विंडो बंद कर दी। देखो closed verb हैगा, की नू बंद कीता, विंडो नू ओ ऑब्जेक्ट हैगा, ट्रांजिटिव सेंटेंस। Soon the door opened, ਇਹਦੇ ਵਿੱਚ open ਤਾਂ verb हैगा पर की नू की दे लई की दे ते ਇਹ नहीं दस्या गया, intransitive है। He pulled open the door, pulled open की हैगा verb, की नू खोलिया, door नू ऑब्जेक्ट आ गया, door ये ट्रांजिटिव हो गया क्योंकि ऑब्जेक्ट हैगा। The novel is selling well, is selling verb है, किथे किदे लई ओ नहीं दस्या गया तां ये इंट्रांजिटिव है, ऑब्जेक्ट नहीं है। The teacher went to the school, देखो went verb है, गई, किथे गई स्कूल, ट्रांजिटिव। He doesn't like his table, doesn't like वर्ब हो गया, कि नू ना पसंद करदा टेबल नू, इसे करके ट्रांजिटिव।
टिम लाइक्स क्लाइंबिंग माउंटेन। देखो लाइक्स वर्ब है, की चीज पसंद करता है, माउंटेन्स ਨੂੰ ਕਲਾਈਮ ਕਰਨਾ, ਮਾउंटेन्स। ठीक है, ਤੇ ਆਪਾਂ ਲਿਖ ਸਕਦੇ ਹਾਂ ਵੀ ਇਹ ਜਿਹੜਾ ਹੈਗਾ ਟ੍ਰਾਂਜ਼ਿਟਿਵ ਹੈਗਾ, ਕਿਉਂਕਿ ਲਾਈਕਸ ਪਸੰਦ ਕਰਦਾ ਹੈ, ਜਾਂ ਲਾਈਕਸ ਕਲਾਈਂਬਿੰਗ ਲਿਖ ਸਕਦੇ ਹੋ। ਤੇ ਮਾउंटेन्स ਆਬਜੈਕਟ ਹੈਗੇ ਨੇ, ਤੇ ਆਪਾਂ ਕਹਿ ਸਕਦੇ ਹਾਂ ਵੀ ਹਾਂਜੀ ਇਹ ਇੱਕ ਟ੍ਰਾਂਜ਼ਿਟਿਵ ਹੈਗਾ। ਮੰਜੂ ਇਜ਼ ਗੋਇੰਗ ਟੂ ਬਾਈ ਹਿਮ ਅ ਬੁੱਕ। ਇਜ਼ ਗੋਇੰਗ ਤੇ ਬਾਈ ਦੋਨੋਂ ਹੈਗੇ ਨੇ ਵਰਬ, ਕੀ ਲੈ ਕੇ ਦੇਣਾ ਹੈ, ਬੁੱਕ। ਇਹ ਆਬਜੈਕਟ ਹੈ, ਤੇ ਟ੍ਰਾਂਜ਼ਿਟਿਵ ਸੈਂਟੈਂਸ ਹੋ ਗਿਆ। she has invited her friends, has invited verb हो गया, friends ऑब्जेक्ट हो गया, ट्रांजिटिव सेंटेंस। she didn't sleep well, very well, sleep सोई, किदे थे किदे ਲਈ ਇਹ ਸਾਰੀ ਚੀਜ਼ਾਂ ਨਹੀਂ ਦੱਸੀਆਂ ਗਈਆਂ, ਇਸੇ ਕਰਕੇ intransitive। she sat in the park, park ਵਿੱਚ ਬੈਠੀ, sat verb, park object, ਜਿੱਥੇ ਬੈਠੀ transitive। they have won, ਉਹ ਜਿੱਤ ਗਏ, intransitive। have won ਜਿੱਤਾ ਹੋਇਆ, ਕਿਹਦੇ ਲਈ ਜਿੱਤੇ, ਕਿਸ ਚੀਜ਼ ਨੂੰ ਜਿੱਤੇ, ਇਹ ਸਾਰੀ ਜਾਣਕਾਰੀ ਨਹੀਂ। the team won the match, ਟੀਮ ਨੇ ਮੈਚ ਜਿੱਤ ਲਿਆ। won verb ਹੈ, ਮੈਚ ਜਿਸ ਚੀਜ਼ ਨੂੰ ਜਿੱਤਿਆ ਉਹ ਆਬਜੈਕਟ ਹੈ, ਤੇ ਇਹ ਟ੍ਰਾਂਜ਼ਿਟਿਵ ਸੈਂਟੈਂਸ ਹੋ ਗਿਆ। the car needs a new battery, ਦੇਖੋ ਇੱਥੇ needs ਜ਼ਰੂਰਤ ਹੈਗੀ ਆ, verb, new battery object, transitive। we must see them this weekend, ਸਾਨੂੰ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਇਸ weekend। them object, must see, sorry them object, हाँ must see ਕੀ ਹੋ ਗਿਆ, verb, ਤਾਂ ਇਹ transitive ਹੋ ਗਿਆ। they should no longer wait, should ਤੇ wait ਇਹ verb ਹੈ, ਪਰ ਕੋਈ object ਨਹੀਂ ਹੈ, ਕਿਹਦੇ ਲਈ wait ਨਹੀਂ ਕਰਨਾ ਚਾਹੀਦਾ, ਇਸੇ ਕਰਕੇ intransitive sentence। ਹਰਪ੍ਰੀਤ was upset, ਕਿਹਦੇ ਨਾਲ, ਕਿਹਦੇ ਤੇ ਉਹ ਨਹੀਂ ਦੱਸਿਆ ਗਿਆ, ਬਸ was verb है, intransitive। it is snowing, is snowing ਹੋ ਰਿਹਾ ਹੈ ਕੁਝ ਕੰਮ, ਪਰ ਇਹ intransitive ਹੈ, ਕਿਉਂਕਿ ਕਿੱਥੇ ਬਰਫ਼ ਪੈ ਰਹੀ ਹੈ ਉਹ ਸਭ ਨਹੀਂ ਦੱਸਿਆ ਗਿਆ, ਆਬਜੈਕਟ ਨਹੀਂ ਹੈ, ਤੇ ਆਪਾਂ ਕਹਿ ਸਕਦੇ ਹਾਂ ਵੀ ਇਹ intransitive ਹੈ। learning to speak, ਹੁਣ ਆਪਾਂ ਬੋਲਣਾ ਸਿੱਖਾਂਗੇ। each student in all the groups will write a secret thing about himself या herself, हर एक बच्चा अपने बारे कुछ secret गल लिखेगा। the other group members will guess the secret in 5 questions, 5 सवाल पूछ के secret जेडे ने थोड़े तो बाहर कढवाने की कोशिश करनगे। the answer will be in full sentence, ते जेड़ा जवाब है full sentence विच होएगा। ये तुसी गतिविधि कर सकते हो, मैं दस दिंदी हां केड़े-केड़े सवाल पूछे गए ने। पहला, what is the secret about you, your friend or your family, भी थोड़ा जेड़ा secret हैगा राज है वो की हैगा, वो थोड़े बारे, दोस्तों बारे, परिवार वाले किदे बारे। is it about something you do or something you like or something you have or something you eat, ये जेड़ा राज हैगा ये किस चीज बारे है, जो तुसी करदे हो, जो थानू पसंद है, जो थोड़े कोल है, या जो तुसी खांदे हो उस चीज बारे है। is it about what you play, make, speak, read or have, किस चीज बारे, जो जिस नाल खेडदे हो, बनांदे हो, बोलदे हो, पढ़दे हो, या हैगा थोड़े कोल। do you play cricket, football, kabaddi, fly kite, तुसी की करदे हो इन्हां विचों। well, what is your secret, थोड़ा secret की हैगा। हुण अगे आपां चलदे हां, learning to write, लिखना सिखांगे। dialogue writing, dialogue वार्तालाप। as you know that writing a dialogue is very enriching activity, जिवें कि तुसी जानते हो भी dialogue लिखना एक बहुत ही महत्वपूर्ण ते वधिया गतिविधि है कि for converting a message or a story into a dialogue you need to follow the few steps। जे मैसेज हैगा या कोई कहानी ओनू जे तुसी वार्तालाप विच बदलना है ना, तो कुछ चीज़ां दा ध्यान रखियो। केड़ी केड़ी? write the name of the characters in the passage followed by a colon, मतलब कौन ये गल कह रहे, जिवें मैं कहा गुरमीत ने ये गल कही, उस तो बाद गुरमीत लिख के कोलन लाना जरूरी है, फिर की गल कही। do not use words such as said, asked, replied, told, ते ਇਹਦੇ ਵਿੱਚ ਇਹ ਨਹੀਂ ਕਹਾਂਗੇ ਗੁਰਮੀਤ said या गुरमीत ने told या गुरमीत ने reply ਕੀਤਾ, ਇਦਾਂ नहीं है। गुरमीत asked, गुरमीत ने जो कहा वो इदां दा इदां आ जाएगा। after the colon, एक colon ਹੁੰਦਾ है, write what the person has said without changing the word, उदा दा उदा लिख दो जो भी उन्हें कहा, words ही change करने। do not use inverted commas for what speaker has to say, ਇਹਦੇ ਲਈ inverted commas use ਕਰਨ ਦੀ ਲੋੜ ਨਹੀਂ ਹੈ, ਇਦਾਂ ਕਰਕੇ ਜਿਹੜੇ ਆਪਾਂ use ਕਰਦੇ हैं ना कई बार, ਉਹ नहीं use करने। if a character is doing some action, write that after the name of the character but before the colon
इन ब्रैकेट फॉर एग्जाम्पल जे कोई बंदा कोई काम कर रहा है कोई गल करते हुए तो वो कोलन तो पहला ब्रैकेट विच लिख लियो जिवें फॉर एग्जाम्पल राम वाइपिंग हिज फोरहेड मत्था पूंजदे हुए वेयर इज माई ज्योमेट्री बॉक्स वो पूछता है मेरा ज्योमेट्री बॉक्स किथे काम कर रहे हैं ना ठीक है ना वो आप ब्रैकेट विच लिखांगे जो काम कर रहे हो गल करते हुए अमर आई थिंक यू हैव केप्ट इट ऑन द डेस्क मैनू लगता तुसी डेस्क ते रखिया हुण इत्थे डायलॉग लिखना है बिटवीन सेंट रविदास एंड द हंटर हंटर ते रविदास जी बारे जो वार्तालाप हुई है वो आप इत्थे लिखनी है ते मैं इहदा आंसर इत्थे लिखिया सेंट रविदास जी कहते ने वाई डू यू किल पुअर एनिमल्स तुसी बेचारे गरीब मतलब जेड़े बेबस जानवर हैगे ने उन्हां नूं क्यों मारदे यू मस्ट टेक पिटी ऑन देम मतलब तुहानूं उन्हां ते तरस आना चाहिए छड़ दो हंटर कहना आई ईट देयर फ्लैश इट इज माई फूड भी मैं उन्हां दा मांस खांदा ते यही मेरा खाना हैगा हंटिंग गिव्स मी फूड फॉर माई फैमिली टू ते हंटिंग जेड़ी हैगी है जब मैं शिकार ते जांदा हूं मैनूं ते मेरे परिवार नूं खाना भी दिंदी है रविदास जी कहते ने बट इट इज क्रूअल इत्थे आएगा ऑफ यू टू टेक अवे यंग वंस फ्रॉम देयर मदर बट ये तो बहुत जालिम काम होया ना भी तुसी छोटे छोटे जेडे बच्चे हैगे ने उन्हां नूं उन्हां दी मां तो दूर कर दिओ जानवरां दे ते फिर हंटर कहंदा योर सेक्रेड एंड वाइज वर्ड्स हैव चेंज्ड माय हार्ट भी थोड़े जेडे पाक शब्द हैगे ने जो इन्ने सच्चे सच्चे थोड़ी ज्ञान हैगे उन्हें मेरा दिल जेड़ा है वो बदल दिता पसीज गया मेरा दिल Now I am no more a killer भी हुन मैं एक कातिल नहीं हैगा I love all the creatures of God ते मैनू रब दे सारे जीव बहुत ज्यादा पसंद हैगे ने अगे एक होर गतिविधि दिती हुई है learning to use language a father is teaching his son how to make tea पिताजी अपने पुत नू दस रहे ने भी चाह किवें बनानी है राइट द डायलॉग बिटवीन फादर एंड द सन ते उन्हां दा जेड़ा डायलॉग है वो आपां पूरा करना है तो चलो शुरू करते हैं फादर कहंदे ने I'm badly tired today. Prepare a cup of hot tea for me. भी मैं बहुत थकिया होया भी मेरे लिए एक चाह दा कप बना दो सन कहना but I don't know how to make tea भी मैनू नहीं पता भी चाह किवें बनदी है फादर कहंदे not very difficult just follow the steps I dictate भी मैं थानू जो जो steps दसदा उन्हां नू follow करो ते बन जाएगी चाह सन प्लीज स्टार्ट आई एम गोइंग टू द किचन ते कहंदे भी ठीक है दसो मैं किचन रसोई च जा रही हूं फादर कहते ने बॉयल सम वाटर इन अ केटल केतली विच पानी बॉयल कर लो पुट सम टी लीव्स इन इट ओदे विच चाह दे पत्ते पा दो व्हेन दे स्टार्ट गिविंग कलर जद उन्हां दा रंग आना शुरू हो जाए रिमूव द केटल फ्रॉम द गैस बर्नर वो जेड़ा केटल हैगा पतीला इत्थे या आपां कह सकदे आ केटल जिहदे विच चाह बनदी है ओनू गैस तो हटा दो द टी इज रेडी I will add sugar and milk to it according to my taste भी चाह तैयार होगी पत्ती देनी सी चाह ते विच बनाने लई चीनी ते दूध मैं अपने आप पा लांगा बाहर ना इदां ही पींदे ने मतलब थानू उबाल के दे देंगे तुसी दूध भी पा सकते हो ते अपने हिसाब दे नाल चीनी भी पा सकते हो ਉਹਦੇ ਵਿੱਚ ਇਹ ਸੀਗੀ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਨੂੰ ਗੱਲਬਾਤ ਲਿਖਣੀ ਆ ਗਈ ਹੈ ਤਾਂ ਲਾਈਕ ਕਰਕੇ ਮੈਨੂੰ ਜ਼ਰੂਰ ਦੱਸਿਓ verbs ਦੇ ਐਗਜ਼ਾਮਪਲ ਵੀ ਦੱਸਿਓ ਫਿਰ ਮਿਲਦੇ ਹਾਂ till then take care bye bye